ਸਤਿ ਸ਼੍ਰੀ ਅਕਾਲ ਜੀ। ਆਪਾਂ ਦੇਖ ਸਕਦੇ ਕਿ ਜਿੱਦਾਂ ਕੁਛ ਦਿਨਾਂ ਤੋਂ ਡਾਕਟਰ ਰਾਜ ਬਹਾਦਰ ਜਿਹੜੇ ਹੈਗੇ ਸੀ ਵੀਸੀ ਆਪਣੇ ਹੈਗੇ ਆ, ਉਹਨਾਂ ਦਾ ਮੁੱਦਾ ਕਾਫੀ ਭਖਿਆ ਹੋਇਆ ਔਰ ਕਾਫੀ ਉਹਨਾਂ ਦੇ ਬਾਰੇ ਜਿਹੜੇ ਹੈਗੇ ਆ ਵਿਚਾਰ ਜਿਹੜੇ ਪੇਸ਼ ਹੋ ਰਹੇ ਕਿ ਉਹਨਾਂ ਦੀ ਸ਼ਖਸੀਅਤ ਕੈਸੀ ਸੀ, ਉਹਨਾਂ ਦਾ ਉਸ ਮਾਮਲੇ 'ਚ ਕਸੂਰ ਹੈ ਵੀ ਸੀ ਕਿ ਨਹੀਂ ਹੈ। ਅਸੀਂ ਪੰਜਾਬ ਸਰਕਾਰ ਇਸ ਮਾਮਲੇ 'ਚ ਕਿਤੇ ਨਾ ਕਿਤੇ ਦੁਚਿੱਤੀ ਦੇ ਵਿੱਚ ਫਸੀ ਜ਼ਰੂਰ ਦਿਖ ਰਹੀ ਹੈ, ਕਿਉਂਕਿ ਅੱਜ ਮੈਡੀਕਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਵੀ ਹੜਤਾਲ 'ਤੇ ਜਾਣ ਦਾ ਫੈਸਲਾ ਲੈ ਲਿਆ ਗਿਆ ਹੈ। ਔਰ ਇਸ ਸੰਬੰਧੀ ਆਪਾਂ ਕੁਛ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਸਾਡੇ ਨਾਲ ਡਾਕਟਰ ਦਲੇਰ ਸਿੰਘ ਮੁਲਤਾਨੀ ਜਿਹੜੇ ਹੈਗੇ ਆ ਬੈਠੇ, ਆਪਾਂ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੁੱਦਾ ਕੀ ਹੈ ਮੇਨ ਤੁਹਾਡੇ ਹਿਸਾਬ ਨਾਲ, ਕੀ ਮੁੱਦਾ ਹੈ? ਦੇਖੋ, ਜਿਹੜਾ ਜਿੱਥੋਂ ਲੋਕਾਂ ਨੂੰ ਜਾਂ ਸਾਡੀ ਮੈਡੀਕਲ ਫਰਟਰਨਿਟੀ ਹੈ ਉਹਦੇ 'ਚ ਗੁੱਸਾ ਆ ਰਿਹਾ, ਉਹ ਸਭ ਤੋਂ ਵੱਡਾ ਗੁੱਸਾ ਹੈ ਕਿ ਜੋ ਮੰਤਰੀ ਜੀ ਨੇ ਉੱਥੇ ਜਾ ਕੇ ਕੀਤਾ ਉਹ ਉਸ ਤਰ੍ਹਾਂ ਦਾ ਅਗਰ ਆਪਾਂ ਸਾਰੇ ਕਰਨ ਲੱਗ ਜਾਈਏ ਮੰਨ ਲਓ, ਹੈ ਨਾ, ਤਾਂ ਉਹਦੇ ਨਾਲ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਫਿਰ ਨਹੀਂ ਚੱਲੇਗੀ। ਕਿਉਂਕਿ ਮੈਂ ਵੀ 33 ਸਾਲ ਨੌਕਰੀ ਕੀਤੀ ਹੈ ਔਰ ਇਸ ਗੱਲ ਦਾ ਇਹ ਪਤਾ ਹੁੰਦਾ ਹੈ ਕਿ ਜਿਹੜਾ ਤੁਹਾਡਾ ਸਟਾਫ ਹੁੰਦਾ, ਅਗਰ ਤੁਸੀਂ ਉਹਦੇ ਨਾਲ ਸਾਰਿਆਂ ਦੇ ਸਾਹਮਣੇ ਉਸ ਨੂੰ ਵੱਧ ਘੱਟ ਬੋਲਦੇ ਹੋ ਤਾਂ ਉਹ ਕਹਿੰਦਾ ਜੀ ਮੈਂ ਫਿਰ ਦੁਬਾਰਾ ਮਰੀਜ਼ ਨੂੰ ਮੂੰਹ ਕਿਵੇਂ ਦਿਖਾਵਾਂਗਾ ਵਿੱਚ, ਜਾਂ ਮੈਂ ਪਬਲਿਕ 'ਚ ਜਾ ਕੇ ਗੱਲ ਕਿਵੇਂ ਕਰਾਂਗਾ। ਤਾਂ ਇਸ ਤਰ੍ਹਾਂ ਦਾ ਇਹ ਜਿਹੜਾ ਮਾਹੌਲ ਜਿਹੜਾ ਉੱਥੇ ਤੁਸੀਂ ਦੇਖਿਆ, ਤੁਸੀਂ ਵੀਡੀਓ ਦੇਖੀ ਹੈ, ਮੈਂ ਵੀ ਦੇਖੀ ਹੈ ਵਿੱਚ ਵੈਸੇ, ਕਿ ਕਿਵੇਂ ਮੰਤਰੀ ਜੀ ਉਹਨੂੰ ਕਹਿ ਰਹੇ ਆ ਕਿ ਇੱਧਰ ਲਿਆਓ, ਉਹਨਾਂ ਨੂੰ ਫੜ ਅੱਗੇ ਲਿਆਓ ਫੜ ਕੇ, ਅਤੇ ਉਹਨਾਂ ਕਹਿੰਦੇ ਤੁਸੀਂ ਇਸ ਬੈੱਡ ਦੇ ਉੱਤੇ ਲੇਟੋ। ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਇੱਕ ਰਨਾਊਂਡ ਡਾਕਟਰ ਇੰਟਰਨੈਸ਼ਨਲ ਲੈਵਲ ਦੇ, ਜਿਹੜੇ ਕਿ ਪੰਜਾਬ ਗੌਰਮੈਂਟ ਦੀਆਂ ਹੈਲਥ ਸਰਵਿਸਿਜ਼ ਦੇ ਸਲਾਹਕਾਰ ਨੇ, ਸਭ ਤੋਂ ਵੱਡੇ ਸਲਾਹਕਾਰ ਨੇ, ਅਗਰ ਉਹ ਸਲਾਹਕਾਰ ਦੇ ਇਸੇ ਸਲਾਹਕਾਰ ਦੇ ਨਾਲ ਮੰਤਰੀ ਜੀ ਦੀ ਪਿਛਲੇ ਹਫ਼ਤੇ ਅਜੇ ਮੀਟਿੰਗ ਹੋ ਕੇ ਹਟੀ ਹੈ, ਅੱਜ ਮੰਤਰੀ ਕਿਵੇਂ ਕਹਿ ਰਿਹਾ ਕਿ ਉਹ ਜਿਹੜੇ ਹੈਗੇ ਨੇ ਉਹ ਹਸਪਤਾਲ ਦੇ ਵਿੱਚ ਜਿਹੜੀ ਹੈਗੀ ਆ ਗਲਤੀ। ਇਸ ਦਾ ਮਤਲਬ ਹੈਗਾ ਕਿ ਕਿਤੇ ਨਾ ਕਿਤੇ ਐਡਾ ਵੱਡਾ ਗੈਪ ਹੈ ਹੈਲਥ ਸਰਵਿਸਿਜ਼ ਦਾ, ਅਤੇ ਹੈਲਥ ਸਰਵਿਸਿਜ਼ ਨੂੰ ਚਲਾ ਕੌਣ ਰਿਹਾ। ਹੁਣ ਦੂਸਰੀ ਅਗਲੀ ਗੱਲ ਸੀ ਜਿਹੜੀ ਜਿੱਥੇ ਆ ਕੇ ਆਪਾਂ ਨੂੰ ਇਹ ਲੱਗਦਾ ਹੈ ਕਿ ਮੰਤਰੀ ਜੀ ਹੋਰ ਵੀ ਜ਼ਿਆਦਾ ਗਲਤ ਨੇ, ਉਹ ਇਹ ਹੈਗਾ ਕਿ ਜਿਹੜੇ ਵੀਸੀ ਹੁੰਦੇ ਆ ਉਹਨਾਂ ਦਾ ਕੰਮ ਨਹੀਂ ਹੈ ਮੈਡੀਕਲ ਕਾਲਜ ਵਿੱਚ ਆ ਕੇ ਮਰੀਜ਼ ਦੇਖਣਾ, ਨਾ ਹੀ ਉਹ ਦੇਖਦੇ ਆ ਮਰੀਜ਼ ਜਿਹੜਾ ਹੈਗਾ। ਉਹਨਾਂ ਦਾ ਕੰਮ ਤਾਂ ਮੈਡੀਕਲ ਐਜੂਕੇਸ਼ਨ ਨਾਲ ਸੰਬੰਧਿਤ ਹੈ। ਜਿਹੜਾ ਇਹ ਇੰਸੀਡੈਂਸ ਹੋਇਆ ਇਹ ਮੈਡੀਕਲ ਕਾਲਜ ਦੇ ਵਿੱਚ ਹੋਇਆ। ਮੈਡੀਕਲ ਕਾਲਜ ਦੇ ਵਿੱਚ ਜਿਹੜਾ ਪ੍ਰਿੰਸੀਪਲ ਹੈ ਉਸ ਕਾਲਜ ਦਾ ਇੰਚਾਰਜ ਹੁੰਦਾ ਹੈ, ਕਈ ਥਾਵਾਂ 'ਤੇ ਮੈਡੀਕਲ ਸਟੂਡੈਂਟਸ ਵੀ ਨਾਲ ਹੁੰਦੇ ਆ ਵਿੱਚ। ਉਸ ਤੋਂ ਥੱਲੇ ਜਿਹੜਾ ਜਿਵੇਂ ਚਮੜੀ ਵਾਲੇ ਡਿਪਾਰਟਮੈਂਟ ਦੇ ਵਿੱਚ ਹੈ, ਉੱਥੇ ਜਿਹੜਾ HOD ਹੁੰਦਾ, ਹੈੱਡ ਆਫ ਦੀ ਡਿਪਾਰਟਮੈਂਟ। ਔਰ ਉਸ ਤੋਂ ਵੱਡੀ ਗੱਲ ਵੀ ਮੈਂ ਇੱਕ ਦੱਸਦਾ ਮੈਂ ਵੀ ਉਹਦੀ ਇੱਕ ਹਿਰਾਰਕੀ ਬਣੀ ਹੁੰਦੀ ਹੈ, ਉਹਦੇ 'ਚ ਨਾ ਜਿਹੜੀਆਂ ਸਟਾਫ ਨਰਸਿਸ ਅਤੇ ਉਹਦੇ ਉੱਤੇ ਇੱਕ ਮੈਟਰਨਿਟੀ, ਉਹਦੀ ਐਕਚੁਅਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਹਸਪਤਾਲ ਦੇ ਵਿੱਚ ਕਿੰਨੇ ਬੈੱਡ, ਵਾਰਡ ਵਿੱਚ ਕਿੰਨੇ ਬੈੱਡ ਲੱਗੇ ਨੇ, ਕਿੰਨੇ ਕੁ ਮਰੀਜ਼ ਆਏ ਸੀ, ਕਿੰਨੇ ਬੈੱਡ ਹੋਰ ਚਾਹੀਦੇ ਨੇ, ਉਹਦੇ 'ਤੇ ਜਿਹੜੇ ਗੱਦੇ ਲੱਗੇ ਹੋਏ ਨੇ ਉਹ ਠੀਕ ਨੇ, ਗਲਤ ਨੇ, ਉਹਦੇ 'ਤੇ ਚਾਦਰਾਂ ਬਦਲੀਆਂ ਹੋਈਆਂ ਨਹੀਂ, ਇਹ ਸਾਰਾ ਨਾ ਸਟਾਫ ਨਰਸਿਸ ਅਤੇ ਮੈਟਰਨ ਵਗੈਰਾ ਦਾ ਜਿਹੜਾ ਉੱਥੇ ਜਿਹੜੀ ਨਰਸਿੰਗ ਸਿਸਟਮ ਉਹਨਾਂ ਦਾ ਸਾਰਾ ਕੰਮ ਹੁੰਦਾ ਵਿੱਚ, ਉਹਨਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ। ਉੱਥੇ ਮੈਂ ਦੇਖ ਰਿਹਾ ਸੀਗਾ ਕਿ ਇਹਨਾਂ ਦਾ ਸਟੋਰ ਖੋਲ੍ਹ ਕੇ ਦੇਖੋ ਜੀ, ਸਟੋਰ ਜਿਹੜਾ ਹੈਗਾ ਉਹ VC ਨੇ ਨਹੀਂ ਚੈੱਕ ਕਰਨਾ ਹੁੰਦਾ ਵਿੱਚ ਜਿਹੜਾ, ਕਿਉਂਕਿ VC ਦਾ ਉੱਥੇ ਲੈਣ ਦੇਣ ਹੀ ਕੋਈ ਨਹੀਂ ਹੈ। VC ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿੱਦਾਂ ਜਿਵੇਂ ਆਨਰੇਰੀ ਤੌਰ 'ਤੇ ਵੀ ਮਿਨਿਸਟਰ ਸਾਹਿਬ ਆਏ ਨੇ, ਜਦੋਂ ਕਿ VC ਦਾ ਆਪਣਾ ਜਿਹੜਾ ਰੈਂਕ ਹੁੰਦਾ ਉਹ ਵੀ ਕੈਬਨਿਟ ਦੇ ਬਰਾਬਰ ਹੁੰਦਾ ਹੈ, ਮੰਤਰੀ ਦੇ ਬਰਾਬਰ ਹੁੰਦਾ, ਉਹ ਉੱਥੇ ਉਹਨਾਂ ਦੀ ਇੱਜ਼ਤ ਕਰਦੇ ਹੋਏ ਚਲੇ ਗਏ ਸੀ। ਉਸ ਤੋਂ ਇਹ ਗੱਲ ਇਹ ਸਾਬਤ ਹੁੰਦੀ ਹੈ ਕਿ ਮੰਤਰੀ ਜੀ ਨੂੰ ਆਪਣੇ ਕਲੀਗ ਦਾ ਨਹੀਂ ਪਤਾ, ਉਹਨਾਂ ਨੂੰ ਡਿਪਾਰਟਮੈਂਟ ਦਾ ਨਹੀਂ ਪਤਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹਦੀ ਜ਼ਿੰਮੇਵਾਰੀ ਕਿੱਥੇ ਬਣਦੀ ਹੈ। ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਕਿ ਮੰਤਰੀ, ਪਹਿਲੀ ਗੱਲ ਤਾਂ ਉਸ ਦੀ ਪੜ੍ਹਾਈ ਬਹੁਤ ਘੱਟ ਹੈ। ਚਲੋ ਮੈਂ ਮੰਨ ਲੈਣਾ ਕਿ ਮੰਤਰੀ ਕੋਈ ਬਹੁਤੇ ਪੜ੍ਹੇ ਲਿਖੇ ਤਾਂ ਪਹਿਲਾਂ ਵੀ ਨਹੀਂ ਆਏ, ਤੁਸੀਂ ਦੇਖਿਆ ਹੋਣਾ ਪਹਿਲਾਂ ਜਿਹੜਾ ਹੈਗਾ ਉਹ ਸੁਰਜੀਤ ਕੌਰ ਚੌਹਾਨ ਜਿਹੜਾ ਮੰਨਿਆ ਜਾਂਦਾ ਸੀ ਉਹ ਤਾਂ 8-10 ਪੜ੍ਹਿਆ ਸੀਗਾ, ਬਲਵੀਰ ਸਿੰਘ ਸਿੱਧੂ ਸੀਗੇ, ਇਹ ਕਿੰਨੇ ਪੜ੍ਹੇ, ਇਹੀ 10-12 ਇਹ ਪੜ੍ਹੇ ਹੋਏ ਸੀਗੇ। ਚਲੋ ਪੜ੍ਹਾਈ ਬਹੁਤਾ ਵੱਡਾ ਇਸ਼ੂ ਨਹੀਂ ਹੁੰਦਾ, ਇਸ਼ੂ ਇਹ ਹੁੰਦਾ ਕਿ ਤੁਹਾਨੂੰ ਮਹਿਕਮੇ ਦੀ ਨੌਲੇਜ ਹੈ ਜਾਂ ਮਹਿਕਮੇ ਦੀ ਨੌਲੇਜ ਨਹੀਂ ਹੈ। ਸਿਰਫ ਜਾ ਕੇ ਘਰ ਜਾ ਕੇ ਜਾਂ ਹਸਪਤਾਲ ਜਾ ਕੇ ਰੌਲਾ ਪਾ ਦੇਣਾ ਕਿ ਤੁਸੀਂ ਆਹ ਨਹੀਂ ਕਰਦੇ ਜੀ, ਤੁਸੀਂ ਆਹ ਨਹੀਂ ਕਰਦੇ, ਉਹਦਾ ਇਹ ਤਾਂ ਦੇਖੋ ਤੁਸੀਂ ਕਿ 4 ਮਹੀਨਿਆਂ ਦੇ ਵਿੱਚ ਤੁਸੀਂ ਕੋਈ ਹਸਪਤਾਲ ਨੂੰ ਪੰਜੀ ਦਿੱਤੀ ਹੈ, ਤੁਸੀਂ ਕਦੀ ਕੋਈ ਇੰਪਰੂਵਮੈਂਟ ਦਾ ਸਿਸਟਮ ਬਣਾਇਆ ਹੈ ਜਿਹਦੀ ਜਾ ਕੇ ਤੁਸੀਂ ਉਹਦੇ ਕੋਲ ਐਕਸਪਲੇਨੇਸ਼ਨ ਪੁੱਛ ਰਹੇ ਹੋ। ਫਿਰ ਮੈਂ ਨਹੀਂ ਕਹਿੰਦਾ ਕਿ ਤੁਸੀਂ ਹਸਪਤਾਲਾਂ 'ਚ ਨਾ ਜਾਓ, ਪਰ ਹਸਪਤਾਲਾਂ 'ਚ ਜਾਓ, ਉੱਥੇ ਜਾ ਕੇ ਇੱਕ ਡੈਕੋਰਮ ਬਣਿਆ ਹੁੰਦਾ ਹੈ ਕਿ ਜਿਹੜਾ ਹੈੱਡ ਆਫ ਦੀ ਡਿਪਾਰਟਮੈਂਟ ਹੈ ਤੁਸੀਂ ਉਹਦੇ ਨਾਲ ਗੱਲ ਕਰੋ। ਫਿਰ ਤੁਸੀਂ ਇੰਸਟੀਟਿਊਸ਼ਨ ਨੂੰ ਦੇਖਣਾ, ਉਹਨੂੰ ਵੀ ਦੇਖੋ, ਫਿਰ ਦੋਨਾਂ ਨੂੰ ਮਿਲਾ ਕੇ ਦੇਖੋ ਵੀ ਗਲਤੀ ਕਿੱਥੇ ਹੈ, ਕਿ ਇਹ ਜਿਹੜੇ ਬੰਦੇ ਨੇ ਇਹ ਕੰਮ ਨਹੀਂ ਕਰ ਰਹੇ ਜਾਂ ਇਹਨਾਂ ਕੋਲ ਫੰਡਸ ਹੀ ਨਹੀਂ ਹੈ। ਹੁਣ ਤੁਸੀਂ ਜਦੋਂ ਦਾ ਨੈਸ਼ਨਲ ਹੈਲਥ ਮਿਸ਼ਨ ਆਇਆ 2006 ਦੇ ਵਿੱਚ, ਉਦੋਂ ਪੰਜਾਬ ਸਰਕਾਰ ਸਿਹਤ ਮਹਿਕਮਾ ਜਿਹੜਾ ਹੈਗਾ ਉਹ ਥੋੜ੍ਹਾ ਜਿਹਾ ਇੰਪਰੂਵ ਹੋਇਆ। ਨਹੀਂ ਤਾਂ ਅਸੀਂ ਜਦੋਂ ਨੌਕਰੀ ਜੁਆਇਨ ਕੀਤੀ ਸੀ ਹਸਪਤਾਲ ਦੇ ਵਿੱਚ ਇੱਕ ਪੰਜੀ ਨਹੀਂ ਸੀ ਹੁੰਦੀ, ਤੁਹਾਡੇ ਕੋਲ ₹1 ਨਹੀਂ ਸੀ ਹੁੰਦਾ ਖਰਚ ਕਰਨ ਵਾਸਤੇ, ਟੁੱਟੀ ਕੁਰਸੀ ਹੈ ਅਤੇ ਟੁੱਟੀ ਕੁਰਸੀ 'ਤੇ ਬੈਠੇ ਰਹੋ। ਫਿਰ ਉਹਦੇ 'ਚ ਹੁਣ ਡਾਕਟਰ ਕੀ ਕਰੇ ਜਾਂ ਮੁਲਾਜ਼ਮ ਕੀ ਕਰਨ। ਅੱਜ ਹਾਲਾਤ ਇਵੇਂ ਦੇ ਬਣੇ ਹੋਏ ਹੈ ਕਿ ਪੰਜਾਬ ਸਰਕਾਰ ਨੇ ਵੱਡੀਆਂ ਵੱਡੀਆਂ ਫਲੈਕਸਾਂ ਤਾਂ ਲਾਤੀਆਂ। ਮੈਂ ਤਾਂ ਵੈਸੇ ਇਹ ਵੀ ਗੱਲ ਕਹਾਂਗਾ ਕਿ ਮੁੱਖ ਮੰਤਰੀ ਜੀ ਜਾਂ ਸਿਹਤ ਮੰਤਰੀ ਜੀ ਇਹ ਫਲੈਕਸਾਂ ਤੁਹਾਡੀਆਂ ਦੁੱਧ ਦਿੰਦੀਆਂ ਨੇ। 6 ਮਹੀਨੇ ਹੋ ਗਏ ਤੁਸੀਂ ਦਵਾਈ ਨਹੀਂ ਭੇਜੀ, ਇੱਕ ਵੀ ਗੋਲੀ ਨਹੀਂ ਭੇਜੀ, ਫਿਰ ਤੁਸੀਂ ਜਾ ਕੇ ਉੱਥੇ ਡਾਕਟਰਾਂ ਨੂੰ ਬਦਨਾਮ ਕਰਦੇ ਹੋ। ਫਿਰ ਤੁਹਾਨੂੰ ਪ੍ਰੋਟੋਕੋਲ ਦਾ ਨਹੀਂ ਪਤਾ ਕਿ ਕਿਹਦੀ ਜ਼ਿੰਮੇਵਾਰੀ ਫਿਕਸ ਕਰਨੀ ਹੈ। ਸੋ ਪਹਿਲਾਂ ਡਿਪਾਰਟਮੈਂਟ ਨੂੰ ਸਮਝ ਲੈਣ, ਫਿਰ ਡਿਪਾਰਟਮੈਂਟ ਨੂੰ ਇੰਪਰੂਵ ਕਰਨ ਦੀ ਗੱਲ ਕਰਨ, ਫਿਰ ਜੇ ਫਿਰ ਵੀ ਕੋਈ ਕੰਮ ਨਹੀਂ ਕਰਦਾ ਤਾਂ ਫਿਰ ਉਸ ਨੂੰ ਟੰਗੋ।
ਠੀਕ ਹੈ। ਇਹ ਤਾਂ ਹੈ ਨਹੀਂ ਵੀ ਮੈਂ ਮੁਫਤ 'ਚ ਤਨਖਾਹ ਲੈਣੀ ਹੈ। ਜੇ ਮੈਂ ਤਨਖਾਹ ਲੈਣਾ ਤਾਂ ਫਿਰ ਮੈਨੂੰ ਆਪਣੀ ਜ਼ਿੰਮੇਵਾਰੀ ਤਾਂ ਨਿਭਾਉਣੀ ਪਏਗੀ ਨਾ ਵਿੱਚ। ਸੋ ਇੱਥੇ ਆਪਣਾ ਸੁਖਵਿੰਦਰ ਜੀ ਜਿਹੜੀ ਸਭ ਤੋਂ ਵੱਡੀ ਇਹਦੇ ਸਿਸਟਮ ਦੇ ਵਿੱਚ ਹੋਈ ਹੈ ਕਿ ਲੋਕਾਂ ਨੂੰ ਅਜੇ ਤੱਕ ਇਸ ਗੱਲ ਦਾ ਨਹੀਂ ਪਤਾ ਵੀ ਇਹਦੇ 'ਚ ਜ਼ਿੰਮੇਵਾਰੀ ਕਿਹਦੀ ਫਿਕਸ ਹੋਣੀ ਸੀ। ਨੰਬਰ 2, ਮਿਨਿਸਟਰ ਨੂੰ ਨਹੀਂ ਪਤਾ ਕਿ ਜ਼ਿੰਮੇਵਾਰੀ ਫਿਕਸ ਹੋਣੀ ਸੀ। ਨੰਬਰ 3 ਕਿ ਐਡੇ ਰਿਪਿਊਟਡ ਡਾਕਟਰਸ ਨੂੰ, ਡਾਕਟਰ ਰਾਜ ਬਹਾਦਰ ਦਾ ਨਾਮ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਗੌਰਮੈਂਟ ਦਾ ਸਭ ਤੋਂ ਵੱਡਾ ਸਲਾਹਕਾਰ ਹੀ ਹੋਈ ਹੈ, ਔਰ ਉਸ ਸਲਾਹਕਾਰ ਬਾਰੇ ਵੀ ਤੁਹਾਨੂੰ ਨਹੀਂ ਪਤਾ ਵੀ ਉਹ ਚੰਗੇ ਕੰਮ ਕਰਦਾ ਹੈ ਕਿ ਮਾੜੇ ਕੰਮ ਕਰਦਾ ਹੈ। ਫਿਰ ਤੁਸੀਂ ਉਸ ਨੂੰ ਪਬਲਿਕਲੀ ਬਦਨਾਮ ਕਰਨ ਵਾਸਤੇ ਵੀ ਤੂੰ ਬੈੱਡ 'ਤੇ ਲੇਟ ਕਰ, ਲੋਕੀ ਕਹਿੰਦੇ ਆ ਜੀ ਗੱਦੇ 'ਤੇ ਮਰੀਜ਼ ਲੇਟਦੇ ਆ। ਮੈਂ ਸਮਝਦਾ ਵੀ ਲੋਕ ਜਿਹੜੀ ਗੱਲ ਮਰੀਜ਼ਾਂ ਦੀ ਗੱਲ ਹੁੰਦੀ ਹੈ, ਕਿਉਂਕਿ ਮੈਂ ਵੀ 33 ਸਾਲ ਨੌਕਰੀ ਕੀਤੀ ਹੈ, ਪਰ ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਉੱਥੇ ਜ਼ਿੰਮੇਵਾਰ ਕੌਣ ਸੀ। ਮੰਤਰੀ ਦੇ ਜਿਸ ਦੂਜੇ ਢੰਗ ਨਾਲ ਆਪਾਂ ਸੋਚੀਏ ਤਾਂ ਫਿਰ ਤਾਂ ਇਹ ਹਾਇਰਾਰਕੀ ਇੱਦਾਂ ਬਣਦੀ ਹੈ ਕਿ ਮੈਡੀਕਲ ਕਾਲਜ, ਉਹਦੇ ਉੱਤੇ ਪ੍ਰਿੰਸੀਪਲ, ਉਹਦੇ ਉੱਤੇ ਜਿਹੜਾ ਪ੍ਰਿੰਸੀਪਲ ਉਹਦੇ 'ਤੇ DRME ਅਤੇ DRME ਦੇ ਉੱਪਰ ਮਿਨਿਸਟਰ। ਜੇ ਕਿਉਂਕਿ ਰਾਜ ਬਹਾਦਰ ਦਾ ਤਾਂ ਕੰਮ ਹੀ ਬਹੁਤ ਵੱਖਰਾ ਹੈ। ਜੇ ਜ਼ਿੰਮੇਵਾਰੀ ਫਿਕਸ ਹੁੰਦੀ ਤਾਂ ਮਿਨਿਸਟਰ ਦੀ ਹੁੰਦੀ ਹੈ। ਅਸਲ 'ਚ ਚਾਹੀਦਾ ਇਹ ਸੀ ਕਿ ਮਿਨਿਸਟਰ ਨੂੰ ਲਟਾਉਣਾ ਚਾਹੀਦਾ ਸੀ ਉੱਥੇ, ਨਾ ਕਿ ਰਾਜ ਬਹਾਦਰ ਨੂੰ ਲਟਾਉਣਾ ਚਾਹੀਦਾ ਸੀ। ਤੁਸੀਂ ਦੇਖੋ ਹੋਰ ਵੀ ਜੇ ਆਪਾਂ ਹੋਰ ਗੱਲਾਂ ਕਰੀਏ ਤਾਂ ਮੈਂ ਤਾਂ ਇੱਕ ਥਾਂ ਲਿਖ ਲਿਆ ਸੀਗਾ ਕਿ ਜਿਹੜੇ ਮੁਹੱਲਾ ਕਲੀਨਿਕ ਬਣਾਏ ਹੈ ਜੇ ਉਹ ਫੇਲ ਹੁੰਦੇ ਹੈ, ਜਾਂ ਜਿਵੇਂ ਮੈਂ ਤੁਹਾਡੇ ਨਾਲ ਡਿਟੇਲ 'ਚ ਵੀ ਗੱਲ ਕਰਾਂਗਾ, ਸ਼ਾਇਦ ਤੁਸੀਂ ਕੋਈ ਹੋਰ ਵੀ ਸਵਾਲ ਪੁੱਛਣਾ ਚਾਹੁੰਦੇ ਸੀ ਮੇਰੇ ਕੋਲੋਂ, ਉੱਥੇ ਤਾਂ ਫਿਰ ਅੰਦਰ ਫੜ ਕੇ ਮੰਤਰੀ ਨੂੰ ਲਟਾਇਆ ਜਾਊਗਾ ਵਿੱਚ। ਆਪਾਂ ਮੁਹੱਲਾ ਕਲੀਨਿਕ ਦੀ ਗੱਲ ਬਾਅਦ 'ਚ ਕਰਦੇ, ਪਹਿਲਾਂ ਆਪਾਂ ਇਹ ਗੱਲ ਕਰਦੇ ਕਿ ਜਿੱਦਾਂ ਰਾਜ ਬਹਾਦਰ ਉੱਥੇ ਪਹੁੰਚੇ ਕਿ ਉਹਨਾਂ ਦਾ ਪ੍ਰੋਟੋਕੋਲ ਦੇ ਅਨੁਸਾਰ ਉੱਥੇ ਪਹੁੰਚਣਾ ਜ਼ਰੂਰੀ ਸੀਗਾ ਜੀ। ਦੇਖੋ ਕਈ ਵਾਰੀ ਨਾ ਇਸ ਤਰ੍ਹਾਂ ਹੁੰਦਾ ਹੈ ਕਿ ਪ੍ਰੋਟੋਕੋਲ ਦੇ ਵਿੱਚ ਤਾਂ ਭਾਵੇਂ ਉੱਥੇ ਨਾ ਵੀ ਪਹੁੰਚਦੇ ਕੋਈ ਇਸ਼ੂ ਨਹੀਂ ਸੀਗਾ, ਲੇਕਿਨ ਕਈ ਵਾਰੀ ਹੁੰਦਾ ਹੈ ਕਿ ਚੱਲ ਜੇ ਮੰਤਰੀ ਨੇ ਬੁਲਾ ਲਿਆ, ਜਾਂ ਇਹ ਗੱਲ ਮੰਨੀ ਜਾ ਰਹੀ ਹੈ ਕਿ ਡਾਕਟਰ ਰਾਜ ਬਹਾਦਰ ਦਾ ਜਿਹੜਾ ਹੈਗਾ ਉਹ ਹੀ ਇਜ਼ ਅ ਵੈਰੀ ਗੁੱਡ ਡਾਕਟਰ, ਹੀ ਇਜ਼ ਅ ਰਿਨਾਊਂਡ ਡਾਕਟਰ, ਬਟ ਉਸ ਦੇ ਐਡਮਿਨਿਸਟ੍ਰੇਟਿਵ ਸਕਿੱਲ ਜਿਹੜੇ ਨੇ ਉਹ ਸਾਰੇ ਫੇਲਿਅਰਸ ਨੇ। ਕਿਉਂਕਿ ਜਿਵੇਂ ਮੈਂ ਤੁਹਾਨੂੰ ਹੁਣੇ ਇੱਕ ਗੱਲ ਕਹਿ ਕੇ ਹਟਿਆ ਕਿ ਜੇ ਡਾਕਟਰ ਰਾਜ ਬਹਾਦਰ ਅਤੇ ਡਾਕਟਰ AK ਤਲਵਾੜ ਜਿਹੜੇ ਹੈਗੇ ਨੇ ਉਹ ਪੰਜਾਬ ਗੌਰਮੈਂਟ ਦੇ ਉਹ ਸਲਾਹਕਾਰ ਨੇ ਜਿਨ੍ਹਾਂ ਨੇ ਕਦੀ ਡਿਸਪੈਂਸਰੀ 'ਚ ਨੌਕਰੀ ਨਹੀਂ ਕੀਤੀ, ਜਿਨ੍ਹਾਂ ਨੂੰ ਪਿੰਡ ਦਾ ਨਹੀਂ ਪਤਾ, ਉਹ ਪੰਜਾਬ ਗੌਰਮੈਂਟ ਨੂੰ ਪੇਂਡੂ ਸਿਹਤ ਸੇਵਾਵਾਂ ਜਾਂ ਸਿਹਤ ਸੇਵਾਵਾਂ ਬਾਰੇ ਕੀ ਸਲਾਹ ਦਿੰਦੇ ਹੋਣਗੇ, ਜਿਸ ਬੰਦੇ ਨੂੰ ਪਤਾ ਹੀ ਨਹੀਂ ਕਿ ਡਿਸਪੈਂਸਰੀ ਹੁੰਦੀ ਕੀ ਹੈ, ਸਬ ਸੈਂਟਰਸ ਕਿਵੇਂ ਚੱਲਦੇ ਹੈ। ਜੇ ਉਹਨਾਂ ਨੂੰ ਡਿਸਪੈਂਸਰੀ ਦਾ ਪਤਾ ਵੀ ਹੋਊਗਾ ਲੇਕਿਨ ਉਹਨੂੰ ਉੱਥੇ ਮੁਸ਼ਕਲਾਂ ਕੀ ਆਉਂਦੀਆਂ ਨੇ ਇਸ ਗੱਲ ਦਾ ਤਾਂ ਨਹੀਂ ਨਾ ਪਤਾ ਵਿੱਚ ਜਿਹੜੀ ਹੈਗੀ ਹੈ, ਕਿਉਂਕਿ ਤੁਸੀਂ ਗਏ ਨਹੀਂ ਉੱਥੇ ਵਿੱਚ ਜਿਹੜੀ ਹੈਗੀ ਹੈ। ਸੋ ਇਹ ਡਾਕਟਰ ਰਾਜ ਬਹਾਦਰ, ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿਉਂਕਿ ਕੋਈ ਰਿਕਾਰਡ 'ਚ ਤਾਂ ਗੱਲ ਆਈ ਨਹੀਂ ਕਿ ਮੰਤਰੀ ਜੀ ਨੇ ਉਹਨਾਂ ਨੂੰ ਬੁਲਾ ਲਿਆ ਆਪਣੇ ਨਾਲ, ਜਾਂ ਉਹ ਜਸਟ ਕੜਸੀ ਸੇਕ ਵੀ ਚੱਲ ਜੋ ਮੰਤਰੀ ਜੀ ਆਏ ਆ ਤਾਂ ਮੈਂ ਵੀ ਚਲੇ ਜਾਣਾ ਵਿੱਚ ਜਿਹੜਾ ਹੈਗਾ ਦੋਨਾਂ। ਇੱਕ ਡਾਕਟਰ ਸਾਹਿਬ ਇਹ ਗੱਲ ਦੇਖਣ 'ਚ ਆਈ ਕਿ ਉੱਥੇ ਜਿਹੜੇ EMPLOYEE ਸੀਗੇ ਉਹ ਡਾਕਟਰ ਰਾਜ ਬਹਾਦਰ ਦੇ ਅਸਤੀਫਾ ਦੇਣ ਤੋਂ ਬਾਅਦ ਖੁਸ਼ ਬੜੇ ਨਜ਼ਰ ਆਏ, ਇਹਦੇ ਪਿੱਛੇ ਕੀ ਕਾਰਨ ਸੀ? ਦੇਖੋ ਉਹਦੇ 'ਚ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਡਾਕਟਰ ਰਾਜ ਬਹਾਦਰ ਆਪਣੇ ਆਪ ਵਿੱਚ ਜਿਹੜੇ ਤਾਂ ਮੈਡੀਕਲ ਪ੍ਰੋਫੈਸ਼ਨ ਹੈ ਉਹਦੇ 'ਚ ਤਾਂ ਉਹ ਪਰਪੱਖ ਹੈਗੇ ਆ, ਬਿਲਕੁਲ ਰਿਨਾਊਂਡ ਵੀ ਹੈਗੇ ਆ, ਲੇਕਿਨ ਉਹਨਾਂ ਦੇ ਇੱਕ ਤਾਂ ਐਡਮਿਨਿਸਟ੍ਰੇਟਿਵ ਸਕਿੱਲ ਨਹੀਂ ਹੈਗੇ, ਨੰਬਰ 2 ਉਹਨਾਂ ਦੀ ਐਡਮਿਨਿਸਟ੍ਰੇਸ਼ਨ ਠੀਕ ਨਹੀਂ ਹੈਗੀ। ਇਹ ਕੋਈ ਇੱਕ ਇਲਜ਼ਾਮ ਨਹੀਂ ਲੱਗਿਆ, ਬਹੁਤ ਸਾਰੇ ਇਲਜ਼ਾਮ ਲੱਗੇ ਹੋਏ ਆ ਵਿੱਚ, ਹੋਰ ਕਈ ਕਿਸਮ ਦੇ ਇਲਜ਼ਾਮ ਜਿਹੜੇ ਹੈਗੇ ਨੇ, ਕਰਪਸ਼ਨ ਦੇ ਚਾਰਜਸ ਵੀ ਲੱਗੇ ਹੋਏ ਆ, ਹਰਾਸਮੈਂਟ ਦੇ ਚਾਰਜਸ ਵੀ ਲੱਗੇ ਹੋਏ ਆ। ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਵੇਂ ਹੁਣ ਮੋਹਾਲੀ ਦੇ ਵਿੱਚ ਇੱਕ ਰੀਜਨਲ ਸਪਾਈਨਲ ਇੰਜਰੀ ਸੈਂਟਰ ਹੈ, ਰੀਜਨਲ ਦਾ ਮਤਲਬ ਹੈਗਾ ਕਿ ਉਹਦੇ 'ਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਰਾਜਸਥਾਨ, ਉਹਨਾਂ ਵਾਸਤੇ ਜਿਹੜਾ ਸਪਾਈਨਲ ਇੰਜਰੀ ਸੁਪਰ ਸਪੈਸ਼ਲਿਟੀ ਹਸਪੀਟਲ ਹੈਗਾ 2006 'ਚ ਸ਼ੁਰੂ ਹੋਣਾ ਸੀਗਾ, ਅੱਜ ਤੱਕ ਨਹੀਂ ਸ਼ੁਰੂ ਹੋ ਪਾਇਆ। ਸਿਰਫ ਡਾਕਟਰ ਰਾਜ ਬਹਾਦਰ ਜਿਹੜੇ ਨੇ ਉਹ ਇਸ ਕਰਕੇ, ਕਿਉਂਕਿ ਇਹ ਜਿਹੜਾ ਸਪਾਈਨਲ ਇੰਜਰੀ ਸੈਂਟਰ ਹੈ ਇਹ ਸੈਂਟਰ ਗੌਰਮੈਂਟ ਦੇ ਫੰਡਸ ਨਾਲ ਚੱਲਦਾ ਹੈ ਅਤੇ ਡਿਪਾਰਟਮੈਂਟ ਆਫ ਸੋਸ਼ਲ ਵੈਲਫੇਅਰ ਦੇ ਅੰਡਰ ਆਉਂਦਾ ਹੈ। ਔਰ ਇਹਦੇ 'ਚ ਇਕੱਲਾ ਸਿਰਫ ਇਹ ਵੀ ਹੈ ਕਿਉਂਕਿ ਮੈਂ RTA 'ਚ ਕਾਫੀ ਸਾਰੀਆਂ ਇਹਦੇ ਬਾਰੇ ਜਿਹੜੀਆਂ ਲਈਆਂ ਨੇ ਇਨਫੋਰਮੇਸ਼ਨਸ, ਜ਼ੋਰ ਲਾ ਲਿਆ ਮੈਂ ਪੰਜਾਬ ਗੌਰਮੈਂਟ ਨੂੰ ਰਿਪਰੈਜ਼ੈਂਟੇਸ਼ਨ, ਸੈਂਟਰ ਗੌਰਮੈਂਟ ਨੂੰ ਰਿਪਰੈਜ਼ੈਂਟੇਸ਼ਨ, ਈਵਨ ਹਿਊਮਨ ਰਾਈਟਸ ਕਮਿਸ਼ਨ ਤੱਕ ਮੈਂ ਲੈ ਗਿਆ, ਸੈਕਟਰੀ ਹੈਲਥ ਨੇ ਇਹਦੀ ਇਨਕੁਆਇਰੀ ਨਹੀਂ ਕੀਤੀ, ਔਰ ਅੱਜ ਤੱਕ ਕਰੋੜਾਂ ਰੁਪਏ ਲਗਾ ਕੇ ਉਹ ਹਸਪੀਟਲ ਨਹੀਂ ਚੱਲਿਆ। ਸਿਰਫ ਡਾਕਟਰ ਰਾਜ ਬਹਾਦਰ ਜਿਹੜੇ ਨੇ ਉਹ ਸ਼ਨੀਵਾਰ ਦੇ ਸ਼ਨੀਵਾਰ ਉੱਥੇ ਆਉਂਦੇ ਨੇ, ਔਰ ਇੱਥੇ ਤੱਕ ਵੀ ਸੀਗਾ ਕਿ ਜੇ ਇਹ ਆਪਣਾ ਆਪਰੇਸ਼ਨ ਕਿਤੇ ਹੋਰ ਕਰ ਲੈਂਦੇ ਆ, ਮੰਨ ਲਓ ਜਿਵੇਂ ਜਦੋਂ 32 ਸੈਕਟਰ 'ਚ ਡਾਇਰੈਕਟਰ ਸੀਗੇ ਨਾ ਮੈਡੀਕਲ ਕਾਲਜ ਦੇ, ਉਸ ਟਾਈਮ ਦੇ ਉੱਤੇ ਵੀ ਇਹ ਕੇਸ ਇੱਥੇ ਪਾਈ ਜਾਂਦੇ ਸੀ। PGI ਦੇ ਜਿਹੜੇ ਜਦੋਂ ਹੈੱਡ ਆਫ ਦੀ ਡਿਪਾਰਟਮੈਂਟ ਸੀ ਉਦੋਂ ਵੀ ਕੇਸ ਪਾਉਂਦੇ ਸੀ। ਪਿੱਛੇ ਜੇ ਮੈंने ਸੁਣਿਆ ਸੀਗਾ ਜਦੋਂ ਇਹ BC ਸੀਗੇ ਇਹ ਆਪਰੇਟ ਉੱਥੇ ਕਰ ਲੈਂਦੇ, ਕਾਗਜ਼ ਇੱਥੇ ਪਾ ਲੈਂਦੇ ਸੀਗੇ। ਇਹ ਕਿਸੇ ਬੰਦੇ ਨੇ ਲਿਖਿਆ ਜੀ ਇਹਨਾਂ ਨੇ 15,000 ਜਿਹੜਾ ਹੈਗਾ, ਜਦੋਂ ਕਿ ਮੈਂ ਜਦੋਂ RTI ਪਾਈ ਹੈ ਇਹਨਾਂ ਦਾ ਐਵਰੇਜ ਨਿਕਲਦੀ ਸੀ ਅੱਧਾ ਮਰੀਜ਼ ਇੱਕ ਦਿਨ 'ਚ, ਅੱਧੇ ਮਰੀਜ਼ ਦੀ ਆਪਰੇਸ਼ਨ ਦੀ ਐਵਰੇਜ ਨਿਕਲਦੀ ਸੀ। ਕਰੋੜਾਂ ਰੁਪਏ ਦੇ ਨਾਲ ਬਣਿਆ ਹੋਇਆ ਹਸਪਤਾਲ ਹੈ ਇਹ ਵਿੱਚ। ਸੋ ਇਸ ਕਰਕੇ ਮੈਂ ਇਹ ਨਹੀਂ ਕਹਿੰਦਾ ਕਿ ਡਾਕਟਰ ਰਾਜ ਬਹਾਦਰ ਮਾੜਾ ਸੀਗਾ, ਲੇਕਿਨ ਉਸ ਦਾ ਜਿਸ ਪੋਸਟ 'ਤੇ ਉਹ ਕੰਮ ਕਰਦੇ ਰਹੇ, ਔਰ ਸਭ ਤੋਂ ਬੜੀ ਗੱਲ ਤੁਸੀਂ ਦੇਖੋ ਕਿ ਇੱਕ ਐਡਾ ਵੱਡਾ ਰੀਜਨਲ ਸਪਾਈਨਲ ਇੰਜਰੀ ਸੈਂਟਰ, ਉਹਦੇ ਲਾਈਫ ਟਾਈਮ ਡਾਇਰੈਕਟਰ ਅਤੇ ਇੱਕ ਉੱਧਰੋਂ ਵਾਈਸ ਚਾਂਸਲਰ, ਜਿਹਨੇ ਸਾਰੇ ਮੈਡੀਕਲ ਕਾਲਜ ਵੀ ਦੇਖਣੇ ਵਿੱਚ ਜਿਹੜੀ ਹੈਗੀ ਹੈ, ਮੈਡੀਕਲ ਐਜੂਕੇਸ਼ਨ ਸਾਰੀ ਦੇਖਣੀ ਹੈ। ਇਹਦਾ ਮਤਲਬ ਨਿਕੰਮੀ ਪੰਜਾਬ ਸਰਕਾਰ,
ਕੱਲੀ ਆਪਾਂ ਹੁੰਦੀ ਸਰਕਾਰ ਦਾ ਇਸ ਕਰਕੇ ਆ ਜਾਂਦਾ ਕਿਉਂਕਿ ਫੋਕਸ ਉਸ 'ਤੇ ਰਹਿੰਦਾ ਕਿਉਂਕਿ ਸਟਾਰਟ ਤਾਂ ਗੱਲ ਉੱਥੇ ਹੀ ਹੋਣੀ ਹੈ, ਮਿਨਿਸਟਰ ਵੀ ਹੋਣੇ ਇਹਨਾਂ ਦੇ ਹੀ ਹੋਣੇ ਆ, ਅਤੇ ਇਸ ਕਰਕੇ ਇੱਥੋਂ ਗੱਲ ਸਟਾਰਟ। ਲੇਕਿਨ ਪਿਛਲੀਆਂ ਗਵਰਨਮੈਂਟਾਂ ਨੇ ਵੀ ਤਾਂ ਉਹ ਕੁਛ ਕੀਤਾ, ਔਰ ਕੋਈ ਐਸੀ ਗਵਰਨਮੈਂਟ ਨਹੀਂ ਜਿਹਦੇ ਕੋਲ ਮੈंने ਰਿਪਰੈਜ਼ੈਂਟ ਨਹੀਂ ਕੀਤਾ। ਮੇਰੇ ਕੋਲ ਸਾਰੀਆਂ ਇਨਫੋਰਮੇਸ਼ਨਸ ਨੇ ਜਿਹੜੀਆਂ ਇਹ ਇੱਥੇ ਸਪਾਈਨਲ ਇੰਜਰੀ। ਸੋ ਆਪਾਂ ਇਹ ਗੱਲ ਕਹਾਂਗੇ ਕਿ ਅੱਜ ਦੀ ਡੇਟ ਦੇ ਵਿੱਚ ਇਹ ਹੋਇਆ ਕਿ ਮਿਨਿਸਟਰ ਦਾ ਉੱਥੇ ਜਾਣਾ, ਅਤੇ ਸ਼ਾਇਦ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਡਾਕਟਰ ਰਾਜ ਬਹਾਦਰ ਦੀ ਬੇਇੱਜ਼ਤੀ ਤਾਂ ਹੋਈ ਹੈ। ਵੈਸੇ ਤਾਂ ਸਾਡੇ ਮੈਡੀਕਲ ਪ੍ਰੋਫੈਸ਼ਨ ਦੀ ਵੀ ਹੋਈ ਹੈ, ਕਿਉਂਕਿ ਸਾਨੂੰ ਵੀ ਇਸ ਗੱਲ ਦਾ ਗੁੱਸਾ ਹੈ ਕਿ ਤੁਸੀਂ ਡਾਕਟਰ ਰਾਜ ਬਹਾਦਰ ਨੂੰ ਕੁਝ ਵੀ ਕਹੋ, ਅੰਦਰ ਬਿਠਾ ਕੇ ਤੁਸੀਂ ਕੁਝ ਵੀ ਕਹੋ, ਸਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਲੇਕਿਨ ਪਬਲਿਕਲੀ ਇਸ ਤਰ੍ਹਾਂ ਬਦਨਾਮ ਕਰਨਾ ਜਿਹੜਾ ਹੈਗਾ ਇਹਦੇ ਨਾਲ ਪ੍ਰੋਟੋਕੋਲ ਖਰਾਬ ਹੁੰਦਾ। ਮੈਂ ਨਾ ਇੱਕ ਸੁਖਵਿੰਦਰ ਜੀ ਤੁਹਾਨੂੰ ਹੋਰ ਇੱਕ ਗੱਲ ਐਡ ਕਰਦੇ ਹਾਂ, ਜਿਹਨੂੰ ਆਪਾਂ ਸੋਸ਼ਲ ਪੁਲਿਸਿੰਗ ਕਹਿੰਦੇ ਹਾਂ। ਤੁਸੀਂ ਵੀ ਲੱਖਾ ਸਧਾਣਾ ਦਾ ਨਾਮ ਸੁਣਿਆ ਹੋਇਆ ਨਾ, ਸੁਣਿਆ ਨਾ ਤੁਸੀਂ? ਦੇਖੋ, ਅਤੇ ਸਿਮਰਜੀਤ ਸਿੰਘ ਬੈਂਸ ਦਾ ਨਾਮ ਵੀ ਸੁਣਿਆ ਹੋਣਾ ਤੁਸੀਂ, ਹੈ ਨਾ? ਇਹ ਦੋ ਬੰਦੇ ਪੰਜਾਬ ਵਿੱਚ ਐਸੇ ਨੇ ਜਿਨ੍ਹਾਂ ਨੇ ਦਫ਼ਤਰਾਂ 'ਚ ਜਾ ਕੇ ਕੜਮਾਸ ਮਚਾਇਆ। ਇਹਨੂੰ ਸੋਸ਼ਲ ਪੁਲਿਸਿੰਗ ਕਹਿੰਦੇ ਆ। ਇੱਦਾਂ ਨਹੀਂ ਚੱਲੇਗਾ, ਇੱਦਾਂ ਤਾਂ ਫਿਰ ਤੁਹਾਡਾ ਸਿਸਟਮ ਹੀ ਸਾਰਾ ਖਰਾਬ ਹੋ ਜਾਏਗਾ। ਜੇ ਆਪਾਂ ਹੱਥੋਂ ਹੱਥੀ ਕਰਨ ਸਾਰਾ ਕੰਮ, ਤੁਸੀਂ ਲੇਟੈਸਟ ਹੁਣ ਤੁਸੀਂ ਦੇਖੋ ਪੰਜਾਬ ਪੁਲਿਸ ਨੇ ਜੋ ਕੁਛ ਤਰਨਤਾਰਨ ਦੇ ਵਿੱਚ, ਉੱਥੇ ਅੰਮ੍ਰਿਤਸਰ ਦੇ ਵਿੱਚ ਹੋਇਆ, ਮੁੰਡੇ ਉਹ ਵੀ ਪੰਜਾਬ ਦੇ ਸੀਗੇ। ਸਿੱਧੂ ਮੂਸੇਵਾਲਾ ਜਿਹੜਾ ਹੈਗਾ ਉਹ ਮਸ਼ਹੂਰ ਸੀਗਾ, ਲੋਕੀ ਪਬਲਿਕ ਫਿਗਰ ਬਣੇ ਹੋਈ ਸੀ, ਉਹਦੀ ਡੈਥ ਹੋਣੀ, ਅਤੇ ਉਹ ਜਿਹੜੇ ਮੁੰਡੇ ਹੈਗੇ ਡੈਥ ਉਹਨਾਂ ਦੀ ਵੀ ਜਿਹੜੀ ਟ੍ਰੈਜਿਕ ਨਹੀਂ ਹੈ। ਜੇ ਪੰਜਾਬ ਪੁਲਿਸ ਨੇ ਸਿੱਧੇ ਤੌਰ 'ਤੇ ਬੰਦੇ ਇਸ ਤਰ੍ਹਾਂ ਹੀ ਮਾਰਨੇ ਸ਼ੁਰੂ ਕਰ ਦੇਣੇ ਤਾਂ ਫਿਰ ਤਾਂ ਕੋਈ ਵੀ ਮਰਿਆ ਜਾਏਗਾ। ਆਪਾਂ 1984 ਤੋਂ ਲੈ ਕੇ ਜੋ ਭੁਗਤਿਆ ਉਹ ਸਾਰਿਆਂ ਨੂੰ ਪਤਾ ਹੀ ਹੈ ਇਸ ਗੱਲ ਦਾ ਕਿ ਸਿੱਧੇ ਬੰਦੇ ਕਿਸ ਤਰ੍ਹਾਂ ਮਾਰੇ ਗਏ ਸੀ। ਇਸ ਤਰ੍ਹਾਂ ਨਹੀਂ ਅਲਾਉ ਕਰ ਸਕਦੇ। ਜਿਸ ਤਰ੍ਹਾਂ ਮੈਂ ਕਿਹਾ ਕਿ ਨਾ ਤਾਂ ਆਪਾਂ ਇਹ ਅਲਾਉ ਕਰ ਸਕਦੇ ਹਾਂ ਕਿ ਕੋਈ ਵੀ ਦਫ਼ਤਰ ਦੇ ਵਿੱਚ ਆਵੇ ਤਾਂ ਆਪਣਾ ਕੜਮਾਸ ਮਚਾਵੇ, ਨਾ ਹੀ ਆਪਾਂ ਇਹ ਕਹਿ ਸਕਦੇ ਹਾਂ ਕਿ ਤੁਸੀਂ ਉਹਦੀ ਕੋਈ ਇਨਕੁਆਇਰੀ ਨਹੀਂ ਕੀਤੀ, ਕੁਛ ਨਹੀਂ ਕੀਤਾ, ਅਤੇ ਤੁਸੀਂ ਸਿੱਧਾ ਕੋਈ ਬੰਦੂਕ ਲਿਆਓ ਅਤੇ ਇਸ ਨੂੰ ਮਾਰ ਦਿਓ। ਇਹ ਤਾਂ ਫਿਰ ਕੋਈ ਤਰੀਕਾ ਜਿਹੜਾ ਹੈਗਾ ਉਹ ਸਹੀ ਤਰੀਕਾ ਨਹੀਂ ਮੰਨਿਆ ਜਾਏਗਾ। ਆਪਾਂ ਕੁੱਲ ਮਿਲਾ ਕੇ ਤੁਹਾਡੀ ਗੱਲਾਂ ਤੋਂ ਇਹ ਲੱਗਦਾ ਕਿ ਜਿਹੜਾ ਮੋਹਾਲੀ ਵਾਲਾ ਹਸਪੀਟਲ ਆ ਸਪਾਈਨ ਇੰਜਰੀ ਵਾਲਾ, ਉਹ ਸਿਰਫ ਡਾਕਟਰ ਰਾਜ ਬਹਾਦਰ ਦੀ ਵਜ੍ਹਾ ਕਰਕੇ ਨਹੀਂ ਚੱਲ ਰਿਹਾ। ਹਾਂਜੀ, ਬਿਲਕੁਲ 100%। ਮੇਰੇ ਕੋਲ ਕਿਸੇ ਨੇ ਸੋਸ਼ਲ ਮੀਡੀਆ 'ਤੇ ਵੀ ਇਹ ਸਵਾਲ ਪੁੱਛਿਆ ਸੀਗਾ ਕਿ ਮੈਂ ਉਹਨਾਂ ਨੂੰ ਕਿਹਾ ਮੇਰੇ ਕੋਲ ਤਾਂ ਸਾਰੀਆਂ RTA ਦੀ ਇਨਫੋਰਮੇਸ਼ਨਸ ਵੀ ਪਈਆਂ ਹੋਈਆਂ ਨੇ, ਲੇਕਿਨ ਇਹ ਹਸਪਤਾਲ ਜਿਹੜਾ ਰੀਜਨਲ ਸਪਾਈਨਲ ਇੰਜਰੀ ਸੁਪਰ ਸਪੈਸ਼ਲਿਟੀ ਹਸਪੀਟਲ, ਈਵਨ ਇਹਨੂੰ ਸਾਡੇ ਮੋਹਾਲੀ ਦਾ ਮਾਣ ਮੰਨਿਆ ਜਾਂਦਾ ਸੀਗਾ, ਰੀਜਨਲ ਸਪਾਈਨਲ ਇੰਜਰੀ ਸੈਂਟਰ, ਉਹੀ ਨਹੀਂ ਚੱਲਦਾ ਰਿਹਾ। ਅੱਜ 2022 ਹੋ ਗਈ ਹੈ, ਹੁਣ ਜੇ ਉੱਥੋਂ ਅਸਤੀਫਾ ਦੇ ਕੇ ਆਉਣਗੇ ਤਾਂ ਉਸ ਨੂੰ ਚਲਾਉਂਦੇ ਆ ਜਾਂ ਨਹੀਂ ਚਲਾਉਂਦੇ। ਲੇਕਿਨ ਸਰਕਾਰ ਅਤੇ ਡਾਕਟਰ ਰਾਜ ਬਹਾਦਰ ਦੋਨਾਂ ਨੇ ਬਹੁਤ ਵੱਡੀ ਬੇਸ਼ਰਮੀ ਕੀਤੀ ਹੈ ਕਿ ਕਰੋੜਾਂ ਰੁਪਏ ਜਿਹੜੇ ਹੈਗੇ ਨੇ ਉਹ ਲਾ ਕੇ ਅਤੇ ਤੁਸੀਂ ਹਸਪਤਾਲ ਨਹੀਂ ਚਲਾਇਆ। ਮੈਂ ਬਿਲਕੁਲ ਸਾਰਿਆਂ ਦੇ ਸਾਹਮਣੇ ਸ਼ਰੇਆਮ ਕਹਿਣ ਨੂੰ ਤਿਆਰ ਹਾਂ। ਫਿਰ ਤਾਂ ਮੈਂ ਤਾਂ ਪੰਜਾਬ ਗੌਰਮੈਂਟ ਨੂੰ ਇਹ ਵੀ ਚੈਲੰਜ ਕੀਤਾ ਸੀਗਾ ਕਿ ਪੰਜਾਬ ਗੌਰਮੈਂਟ ਕਿਸੇ ਵੀ ਲੈਵਲ 'ਤੇ ਆ ਕੇ ਮੇਰੇ ਨਾਲ ਜਿਹੜਾ ਹੈਗਾ ਉਹ ਡਿਬੇਟ ਕਰ ਲਵੇ ਕਿ ਹੈਲਥ ਸਰਵਿਸਿਜ਼ ਇਹਨਾਂ ਲੋਕਾਂ ਨੇ ਖਰਾਬ ਕਿਵੇਂ ਕੀਤੀਆਂ ਹੋਈਆਂ ਨੇ ਵਿੱਚ ਜਿਹੜੀ ਹੈਗੀ ਹੈ। ਇੱਕ ਆਪਾਂ ਦੇਖਿਆ ਕਿ ਕਾਫੀ ਤੁਹਾਡੇ ਜਿਹੜੀ ਮੈਡੀਕਲ ਐਸੋਸੀਏਸ਼ਨ ਆਫ ਇੰਡੀਆ ਜਾਂ ਇੰਡੀਆ ਮੈਡੀਕਲ ਐਸੋਸੀਏਸ਼ਨ ਤੁਸੀਂ ਕਹਿੰਦੇ ਹੋ, ਸਾਰੇ ਜਿਹੜੇ ਡਾਕਟਰ ਰਾਜ ਬਹਾਦਰ ਦੀ ਸਪੋਰਟ 'ਤੇ ਆ ਗਏ ਆ। ਕੀ ਤੁਸੀਂ ਸਹੀ ਸਮਝਦੇ ਇਸ ਨੂੰ? ਨਹੀਂ, ਦੇਖੋ, ਉਹ ਜਿਹੜੀ ਸਹੀ ਵਾਲੀ ਗੱਲ ਹੈ ਉਸ ਗੱਲ ਦੇ ਨਾਲ ਤਾਂ ਮੇਰੀ ਵੀ ਕੁਝ ਸਹਿਮਤੀਆਂ ਨੇ। ਸਹਿਮਤੀ ਇਸ ਕਰਕੇ ਹੈਗੀ ਹੈ ਕਿ ਆਪਾਂ ਪਬਲਿਕਲੀ ਇਸ ਤਰ੍ਹਾਂ ਨਹੀਂ ਬਦਨਾਮ ਕਰ ਸਕਦੇ। ਜਿਸ ਤਰ੍ਹਾਂ ਮੈਂ ਕਿਹਾ, ਇਸ ਤਰ੍ਹਾਂ ਐਡਮਿਨਿਸਟ੍ਰੇਸ਼ਨ ਨਹੀਂ ਚੱਲਦੀ, ਪੇਸ਼ਾ ਨਹੀਂ ਬਦਨਾਮ ਕਰ ਸਕਦੇ। ਹਾਂ, ਇਸ ਤਰ੍ਹਾਂ ਪੇਸ਼ਾ ਵੀ ਨਹੀਂ ਬਦਨਾਮ ਹੋ ਸਕਦਾ, ਅਤੇ ਜਿਸ ਬੰਦੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਤੁਸੀਂ ਉਸ ਨੂੰ ਵਿੱਚ ਲੈ ਲਿਆ ਕਿਉਂਕਿ ਤੁਹਾਨੂੰ ਪ੍ਰੋਟੋਕੋਲ ਨਹੀਂ ਪਤਾ। ਪਹਿਲੀ ਗੱਲ ਤਾਂ ਹੈਗਾ ਕਿ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਕਿਸੇ ਬੰਦੇ ਨੂੰ ਕੁਝ ਕਹਿਣਾ ਹੋਵੇ ਤਾਂ ਉਹਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਹੈ। ਤੁਹਾਨੂੰ ਆਪ ਵੀ ਪਤਾ ਹੋਣਾ ਚਾਹੀਦਾ ਵੀ ਤੁਸੀਂ ਉੱਥੇ ਕੋਈ ਸਟਾਫ ਨਰਸ ਨੂੰ ਨਹੀਂ ਬੁਲਾਇਆ, ਤੁਸੀਂ ਉੱਥੇ ਨਰਸਿੰਗ ਸਿਸਟਰ ਨੂੰ ਨਹੀਂ ਬੁਲਾਇਆ, ਤੁਸੀਂ ਮੈਟਰਨ ਨੂੰ ਨਹੀਂ ਬੁਲਾਇਆ, ਤੁਸੀਂ ਹੈੱਡ ਆਫ ਦੀ ਡਿਪਾਰਟਮੈਂਟ ਨੂੰ ਨਹੀਂ ਬੁਲਾਇਆ, ਤੁਸੀਂ ਉਸ ਤੋਂ ਬਾਅਦ ਮੈਡੀਕਲ ਸੁਪਰਡੈਂਟ ਨੂੰ ਨਹੀਂ ਬੁਲਾਇਆ, ਤੁਸੀਂ ਪ੍ਰਿੰਸੀਪਲ ਨੂੰ ਨਹੀਂ ਬੁਲਾਇਆ, ਤੁਸੀਂ DRM ਨੂੰ ਨਹੀਂ ਬੁਲਾਇਆ। ਉਹਦੇ ਉੱਪਰ ਤੁਸੀਂ ਆਪ ਬੈਠੇ ਹੋ, ਤੁਸੀਂ ਆਪ ਬੈਠਦੇ ਕੁਰਸੀ 'ਤੇ। ਅਤੇ ਡਾਕਟਰ ਰਾਜ ਬਹਾਦਰ ਦਾ ਤਾਂ ਵਾਰੀ ਬਹੁਤ ਦੂਰ ਜਾ ਕੇ ਆਉਣੀ ਸੀ ਵਿੱਚ, ਜਿਹੜੀ ਤੁਸੀਂ ਉਸ ਨੂੰ ਲਿਆ ਕੇ ਰਨਾਊਂਡ ਬੰਦੇ ਨੂੰ ਅਗਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਉਹਦੇ ਨਾਲ ਫਿਰ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਸਿਰਫ ਡਾਕਟਰ ਰਾਜ ਬਹਾਦਰ ਦੀ ਬੇਇੱਜ਼ਤੀ ਹੀ ਨਹੀਂ ਹੋਈ, ਉਹਦੇ ਨਾਲ ਮੈਡੀਕਲ ਪ੍ਰੋਫੈਸ਼ਨ ਸਾਰੇ ਦੀ ਬੇਇੱਜ਼ਤੀ ਹੋਈ ਹੈ। ਇਸ ਕਰਕੇ ਅਸੀਂ ਸਾਰੇ ਉਸ ਪੁਆਇੰਟ ਆਫ ਵਿਊ ਦੇ ਨਾਲ ਡਾਕਟਰ ਰਾਜ ਬਹਾਦਰ ਦੇ ਨਾਲ ਖੜ੍ਹੇ ਹਾਂ। ਜਿੱਥੇ ਤੱਕ ਡਾਕਟਰ ਰਾਜ ਬਹਾਦਰ ਜਿਹੜਾ ਹੈਗਾ ਉਹ ਜਦੋਂ ਇਕੱਲਾ ਹੋ ਜਾਂਦਾ ਅਸੀਂ ਉਹਦੇ ਨਾਲ ਨਹੀਂ ਹਾਂ ਵਿੱਚ। ਹੁਣ ਕੀ ਮੰਗ ਕੀ ਹੈਗੀ ਤੁਹਾਡੀ ਐਸੋਸੀਏਸ਼ਨ ਦੀ ਮੰਗ ਕੀ ਹੈਗੀ? ਦੇਖੋ, ਉਹਦੇ 'ਚ ਇਹ ਜਿਹੜੀਆਂ ਮਾਫੀਆਂ ਮੰਗਣੀਆਂ, ਇਹ ਤਾਂ ਕੋਈ ਉਹ ਜਿਵੇਂ ਕਹਿੰਦੇ ਹਨ ਸੌਰੀ ਕੈਨਟ ਮੇਕ ਏ ਡੈਡ ਮੈਨ ਲਾਈਵ। ਇਸ ਕਰਕੇ ਇਹ ਜੇ ਕੋਈ ਕਹਿ ਵੀ ਦੇਵੇ, ਜਿਸ ਤਰ੍ਹਾਂ ਮੈਂ ਸੁਣਿਆ ਸੀਗਾ ਕਿ ਚੀਫ ਮਿਨਿਸਟਰ ਸਾਹਿਬ ਨੇ ਵੀ ਕਿਹਾ ਕਿ ਮੈਂ ਉਹਨਾਂ ਦਾ, ਮੇਰੇ ਦੋਸਤ ਨੇ, ਮੈਂ ਉਹਨਾਂ ਨਾਲ ਗੱਲ ਕਰੂੰਗਾ। ਇਹਨਾਂ ਗੱਲਾਂ ਦਾ ਕੋਈ ਮੀਨਿੰਗ ਨਹੀਂ ਹੈ। ਉੱਥੇ ਪੰਜਾਬ ਸਰਕਾਰ ਨੂੰ ਸੋਚਣਾ ਪਏਗਾ ਕਿ ਜਿਸ ਤਰ੍ਹਾਂ ਦਾ ਆਪਾਂ ਮਿਨਿਸਟਰ ਬਣਾਇਆ, ਕਿ ਇਹ ਵਰਥ ਮਿਨਿਸਟਰੀ ਹੈ ਜਾਂ ਵਰਥ ਮਿਨਿਸਟਰੀ ਨਹੀਂ ਹੈ। ਨਹੀਂ ਤਾਂ ਆਪਣੇ ਇਹ ਜਿਹੜੇ ਫੇਲਰਸ ਹੋਏ ਆ, ਇਹ ਜਿਹੜੇ ਫੇਲਰਸ ਹੈਗੇ ਆ, ਇਹ ਸੁਖਵਿੰਦਰ ਜੀ ਸਿਰਫ ਅਤੇ ਸਿਰਫ ਇਸੇ ਮੰਤਰੀ ਕਰਕੇ ਨਹੀਂ ਹੈ। ਇਹ ਪਿਛਲੇ 75 ਸਾਲਾਂ ਤੋਂ ਦੇਖਦੇ ਆ ਰਹੇ ਹਾਂ। ਮੇਰੀ ਵੀ 61ਵੇਂ ਸਾਲ 'ਚ ਉਮਰ ਹੋ ਗਈ ਹੈ, ਔਰ ਉਸ 61ਵੇਂ ਸਾਲ ਦੇ ਵਿੱਚ ਮੈਂ ਇਹ ਜਿਹੜਾ ਮੈਡੀਕਲ ਪ੍ਰੋਫੈਸ਼ਨ ਇਹਦਾ ਨਿਗਾਰ ਹੀ ਦੇਖਿਆ। ਉਹਦਾ ਕਾਰਨ ਸਭ ਤੋਂ ਵੱਡਾ ਇਹ ਸੀਗਾ ਕਿ ਮੰਤਰੀ ਜਿਹੜੇ ਨੇ ਨਾ, ਉਹਨਾਂ ਨੂੰ ਡਿਪਾਰਟਮੈਂਟ ਬਾਰੇ ਤਾਂ ਪਤਾ ਨਹੀਂ। ਜਿਵੇਂ ਹੁਣ ਤੁਸੀਂ ਦੇਖੋ, ਸੁਰਜੀਤ ਕੁਮਾਰ ਜਾਨੀ ਕਾਫੀ ਲੰਬੇ ਸਮੇਂ ਵਾਸਤੇ 2013 ਔਨਵਰਡ ਮੰਤਰੀ ਰਹੇ। ਮੈਂ ਤਾਂ ਉਹਨਾਂ ਨੂੰ ਵੈਸੇ ਵੀ ਗਾਜਰਾਂ ਮੂਲੀਆਂ ਵਾਲਾ ਮੰਤਰੀ ਕਹਿੰਦਾ ਸੀਗਾ। ਹਾਂ, ਦਾਤਣ ਕਰ ਲਓ ਜੀ, ਗਾਜਰਾਂ ਮੂਲੀਆਂ ਖਾ ਲਓ ਜੀ, ਛੱਪੜਾਂ 'ਚ ਨਹਾ ਲਓ ਜੀ, ਅਸੀਂ ਵੀ ਨਹਾਉਂਦੇ ਸੀਗੇ। ਇਹ ਕੋਈ ਮੈਡੀਕਲ ਪ੍ਰੋਫੈਸ਼ਨ ਦਾ ਕੰਮ ਨਹੀਂ ਹੈ। ਬਲਬੀਰ ਸਿੰਘ ਸਿੱਧੂ ਜਿਹੜੇ ਹੈਗੇ ਨੇ, ਕਿੰਨੀ ਕਰਪਸ਼ਨ ਜਿਹੜੀ ਹੈਗੀ, ਕੋਈ ਐਸਾ ਇਸ਼ੂ ਨਹੀਂ ਛੱਡਿਆ ਉਹਨਾਂ ਨੇ।
ਕੋਵਿਡ ਦੇ ਦੌਰਾਨ ਕਿ ਜਿਹਦੇ 'ਚ ਉਹਨਾਂ ਦੀ ਕਰਪਸ਼ਨ ਰਿਕਾਰਡ ਵਿੱਚ ਨਹੀਂ ਆ ਰਹੀ। ਔਰ ਇੱਥੇ ਤੱਕ ਕਿ ਮੈਂ ਤਾਂ ਭਗਵੰਤ ਸਿੰਘ ਮਾਨ ਨੂੰ ਇਹ ਵੀ ਕਹਾਂਗਾ, ਮੁੱਖ ਮੰਤਰੀ ਜੀ ਨੂੰ, ਕਿ ਜੇ ਉਹ ਛੱਡ ਕੇ ਹੁਣ ਭਾਰਤੀ ਜਨਤਾ ਪਾਰਟੀ ਚਲੇ ਗਏ ਨੇ ਤਾਂ ਇੱਦਾਂ ਨਹੀਂ ਛੱਡਣਾ ਚਾਹੀਦਾ। ਫਿਰ ਜੇ ਤੁਸੀਂ ਇੱਦਾਂ ਛੱਡਦੇ ਹੋ ਤਾਂ ਮਤਲਬ ਤੁਸੀਂ ਬੇਈਮਾਨ ਹੋ 100%, ਕਿਉਂਕਿ ਬੇਈਮਾਨੀ ਵੀ ਜਿਹੜੀ ਹੈਗੀ ਆ ਉਹਦਾ ਕੋਈ ਇੱਕ ਜਿਹੜੀ ਹੈਗੀ ਨਾ ਡੈਫੀਨੇਸ਼ਨ ਨਹੀਂ ਹੈ। ਬੇਈਮਾਨੀ ਦੀਆਂ ਬਹੁਤ ਸਾਰੀਆਂ ਡੈਫੀਨੇਸ਼ਨ, ਉਹਦੇ 'ਚ ਬੇਈਮਾਨੀ ਦੀ ਇਹ ਵੀ ਇੱਕ ਡੈਫੀਨੇਸ਼ਨ ਹੁੰਦੀ ਹੈ ਕਿ ਜਿਹੜਾ ਬੰਦਾ ਆਪਣਾ ਕੰਮ ਨਹੀਂ ਕਰਦਾ। ਔਰ ਕਰਪਸ਼ਨ ਦੀ ਵੀ ਇਸੇ ਤਰ੍ਹਾਂ ਹੀ ਹੈ। ਕਰਪਸ਼ਨ ਦੋ ਕਿਸਮ ਦੀ ਹੁੰਦੀ ਹੈ, ਇੱਕ ਕੈਸ਼ ਦੀ ਹੁੰਦੀ ਹੈ, ਇੱਕ ਕਾਇੰਡ ਦੀ ਹੁੰਦੀ ਹੈ। ਕੈਸ਼ ਦਾ ਮਤਲਬ ਤੁਸੀਂ ਕਿਸੇ ਬੰਦੇ ਕੋਲ ਲੈ ਦੇ ਕੇ ਕੰਮ ਕੀਤਾ। ਕਾਇੰਡ ਦਾ ਇਹ ਹੈਗਾ ਕਿ ਤੁਸੀਂ ਕੰਮ ਹੀ ਨਹੀਂ ਕੀਤਾ ਜਾਂ ਗਲਤ ਕੰਮ ਕੀਤਾ ਤੁਸੀਂ ਜਿਹੜਾ ਹੈ, ਉਹ ਵੀ ਕਰਪਸ਼ਨ ਹੈ। ਕਿਉਂਕਿ ਜੋ ਅੱਜ ਦੇ ਹਾਲਾਤ ਤੁਸੀਂ ਬਣੇ ਹੋਏ ਆ, ਇਹ ਭਾਵੇਂ ਜਿੰਨੇ ਮਰਜ਼ੀ ਸੱਚੇ ਸੁੱਚੇ ਹੋਣ, ਲੇਕਿਨ ਇਹ ਜਿਹੜੀਆਂ ਫਲੈਕਸਾਂ ਲਾਈਆਂ ਹੋਈਆਂ ਨੇ ਇਹ ਕੋਈ ਦੁੱਧ ਨਹੀਂ ਦੇ ਰਹੀਆਂ। ਮੈਂ ਲਿਖਦਾ ਵੀ ਹਾਂ, ਮੈਂ ਦੁਬਾਰਾ ਲਿਖੂੰਗਾ ਕਿ ਭਗਵੰਤ ਮਾਨ ਜੀ ਆਹ ਜਿਹੜਾ ਲਿਖ ਕੇ ਲਾਇਆ ਹੋਇਆ ਹੈ ਵੀ 16 ਮੈਡੀਕਲ ਕਾਲਜ, ਇਹ ਬਣਾਉਣੇ ਕਿੱਥੇ ਹੈ? ਇਹ ਤਾਂ ਲਿਖਿਆ ਨਹੀਂ ਤੁਸੀਂ ਕਦੋਂ ਤੇ ਕਿੱਥੇ ਬਣਾਉਣੇ ਆ। 16,000 ਮਹੱਲਾ ਕਲੀਨਿਕ ਤੁਸੀਂ ਬਣਾਉਣੇ ਕਿੱਥੇ ਆ ਵਿੱਚ ਜਿਹੜੀ ਹੈਗੀ। ਸੋ ਇਹ ਜਿਹੜਾ ਹੈਗਾ ਕੱਲ੍ਹ ਪਰਸੋਂ ਤੁਸੀਂ ਦੇਖਿਆ। ਚਲੋ ਮੈਂ ਇਹ ਗੱਲ ਕਹਾਂਗਾ ਕਿ ਇਹ ਸੁਪਰੀਮ ਕੋਰਟ ਨੇ ਆਰਡਰ ਕੀਤੇ ਆ ਕਿ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਅਸੀਂ ਜਿਹੜਾ ਇਹ ਕਬਜ਼ੇ ਹਟਾਉਣੇ ਆ, ਇਹਨਾਂ ਕੋਲ ਪੁੱਛੋ ਕਿ ਸੁਪਰੀਮ ਕੋਰਟ ਨੇ ਨਾਲ ਇਹ ਵੀ ਗੱਲ ਕਹੀ ਹੈ। ਪਹਿਲੀ ਗੱਲ ਤਾਂ ਇਹ ਆਪਣੀ ਪਾ ਰਹੇ ਆ ਅਚੀਵਮੈਂਟ, ਇਹਨਾਂ ਦੀ ਅਚੀਵਮੈਂਟ ਨਹੀਂ ਹੈ ਕੁਛ ਵੀ। ਇਹ ਤਾਂ 7 ਅਪ੍ਰੈਲ 2022 ਦਾ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਆ ਕਿ ਕਬਜ਼ੇ ਹਟਾਓ। ਨਾਲ ਇਹ ਹੈਗਾ ਕਿ ਇਹ ਜ਼ਮੀਨਾਂ ਪੰਚਾਇਤ ਦੇ ਨਾਂ 'ਤੇ ਰਹਿਣਗੀਆਂ, ਇਹਨਾਂ ਨੂੰ ਵੇਚ ਨਹੀਂ ਸਕਦਾ ਕੋਈ ਵੀ। ਅਤੇ ਭਗਵੰਤ ਮਾਨ ਤਾਂ ਪਰਸੋਂ ਜਿਹੜਾ ਹੈਗਾ ਉੱਥੇ ਜੰਤੀ ਮਾਜਰੀ ਦੇ ਕੋਲ ਜਿਹੜੀ ਜ਼ਮੀਨ 2828 ਕਿੱਲੇ ਕਹਿ ਰਹੇ ਸੀ, ਉਹਦਾ ਮੁੱਲ ਪਾ ਰਹੇ ਸੀਗੇ। ਇਹਨਾਂ ਕੋਲ ਜਦ ਫਿਰ ਲਿਆਓ ਨਾ ਪੈਸੇ, ਫਿਰ ਤੁਹਾਡੇ ਕਿੱਥੇ ਆ? ਕਹਿੰਦੇ ਸੀ ਅਸੀਂ ਜਿਹੜਾ ਪਹਿਲੇ ਮਹੀਨੇ ਦੇ ਵਿੱਚ ਰੇਤਾ ਬਜਰੀ ਵੇਚ ਕੇ ਇਕੱਠੇ ਕਰ ਲਾਂਗੇ, ਐਕਸਾਈਜ਼ ਪਾਲਿਸੀ ਇਕੱਠੇ ਕਰ ਲਾਂਗੇ। ਆਪ ਜ਼ਮੀਨ ਦਾ ਮੁੱਲ ਹੀ ਪਾਈ ਜਾਂਦੇ ਆ, ਜਦੋਂ ਕਿ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਇਹ ਜ਼ਮੀਨ ਵੇਚੀ ਨਹੀਂ ਜਾ ਸਕਦੀ। ਇਹਦੇ ਕਬਜ਼ੇ ਜਿਹੜੇ ਹੈਗੇ ਆ, ਤੁਸੀਂ ਜੇ ਕਿਸੇ ਕੋਲ ਇਲੀਗਲ ਹੈਗਾ, ਭਾਵੇਂ ਲੰਬੀ ਸਟੋਰੀ ਹੈ, ਚਲੋ ਮੈਂ ਇਹਦੇ 'ਚ ਤਾਂ ਨਹੀਂ ਡਿਸਕਸ ਕਰਨਾ ਚਾਹੁੰਦਾ ਤੁਹਾਡੇ ਨਾਲ, ਲੇਕਿਨ ਉਹਦੇ ਜ਼ਮੀਨ ਪਾਉਣ ਦਾ ਕੀ ਮੁੱਲ ਪਾਉਣ ਦਾ ਕੀ ਮਤਲਬ? ਲੋਕਾਂ ਨੂੰ ਮਤਲਬ ਗੁੰਮਰਾਹੀ ਕਰੀ ਜਾਓਗੇ ਤੁਸੀਂ ਵਿੱਚ ਜਿਹੜੀ ਹੈਗੀ ਵਾਹਵਾਹੀ ਕੱਟ ਰਹੇ। ਹਾਂ, ਤਾਂ ਇਹਨੇ ਬਿਜਲੀ ਦੇ ਵਿੱਚ ਜਿਹੜੀ ਲੱਸੀ ਘੁਲੀ ਹੈ ਸਾਰੀ, ਆਪਾਂ ਸਾਰਿਆਂ ਨੂੰ ਪਤਾ ਵੀ ਕਿੰਨੇ ਉਹਦੇ 'ਤੇ ਰਾਈਡਰ ਫੇਰ ਲਾਤੇ, ਬਹੁਤ ਉੱਚੀ ਬਾਂਹ ਖੜੀ ਕੀਤੀ ਹੋਈ ਸੀ ਕਿ ਅਸੀਂ ਜਿਹੜਾ ਇਸ ਕਰਕੇ ਇਹ ਜਿਹੜਾ ਸੁਖਵਿੰਦਰ ਜੀ ਜੋ ਕੁਛ ਹੋ ਰਿਹਾ ਇਹ ਪੰਜਾਬ ਦੇ ਲੋਕਾਂ ਨੂੰ ਗੱਲ ਸਮਝ ਲੈਣੀ। ਮੈਂ ਨਹੀਂ ਕਹਿੰਦਾ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਦਨਾਮੀ ਕਰੋ, ਲੇਕਿਨ ਇੱਕ ਬੰਦੇ ਨੇ ਮੈਨੂੰ ਸਵਾਲ ਪੁੱਛਿਆ, ਡਾਕਟਰ ਸਾਹਿਬ ਥੋੜ੍ਹੇ ਦਿਨ ਜੇ ਰਹਿੰਦੇ ਹੋ, ਮੈਂ ਕਿਹਾ ਤੁਹਾਡਾ ਤਾਂ ਮਤਲਬ ਇਹ ਹੋਇਆ ਕਿ ਸਿਰ ਅੱਜ ਪੱਟਿਆ ਹੋਇਆ ਅਤੇ ਟਾਂਕੇ ਜਿਹੜੇ ਹਫ਼ਤੇ ਬਾਅਦ ਲਵਾਵਾਂਗੇ। ਇੱਦਾਂ ਨਹੀਂ ਹੁੰਦਾ। ਅੱਜ ਸਿਰ ਪੱਟਿਆ ਤਾਂ ਟਾਂਕੇ ਅੱਜ ਹੀ ਲੱਗਣਗੇ। ਸੋ ਜਿਹੜੇ ਲੋਕ ਅਵੇਅਰ ਹੈਗੇ ਆ, ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਕਮੈਂਟਸ ਦੇਣ ਤੋਂ ਪਹਿਲਾਂ ਜੇ ਤਾਂ ਸਾਰੀ ਨੌਲੇਜ ਹੈਗੀ ਹੈ ਤਾਂ ਕਮੈਂਟਸ ਦੇਣੇ ਚਾਹੀਦੇ, ਨਹੀਂ ਤਾਂ ਗਲਤ ਮੈਸੇਜ ਦਿੰਦਾ। ਪੰਜਾਬ ਸਰਕਾਰ ਨੂੰ, ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ, ਚਾਹੇ ਅਕਾਲੀ ਹੋਣ, ਕਾਂਗਰਸ ਹੋਣ, ਤੁਸੀਂ ਲੋਕਾਂ ਤੱਕ ਉਹ ਗੱਲ ਕਰੋ ਜਿਹੜੀ ਤੁਸੀਂ ਪੂਰੀ ਕੀਤੀ ਹੋਈ ਹੈ। ਜਿਵੇਂ ਇੱਕ ਕੋਟੇਸ਼ਨ ਹੁੰਦੀ ਨਾ, ਯੂ ਸ਼ੁੱਡ ਬੀ ਪ੍ਰਾਊਡ ਆਫ ਵਾਟ ਯੂ ਹੈਵ ਡਨ, ਨਾਟ ਵਾਟ ਯੂ ਵਿਲ ਡੂ। ਝੂਠ ਤਾਂ ਤੁਸੀਂ ਚੋਣਾਂ 'ਚ ਮਾਰ ਲਏ ਸਾਰੇ, ਲੋਕਾਂ ਨੂੰ ਗਲਤ ਤੁਸੀਂ ਗਰੰਟੀਆਂ ਦੇ ਲਈਆਂ। ਅੱਜ ਹੁਣ ਸਾਰੇ ਲੋਕਾਂ ਨੂੰ ਕਨਫਿਊਜ਼ ਕਰੀ ਬੈਠੇ ਆ। ਕਦੀ ਉਸ ਨੂੰ ਕਹਿੰਦੇ ਤੂੰ ਐਫੀਡੈਵਿਟ ਦੇ ਜੀ, ਤੂੰ ਐਫੀਡੈਵਿਟ ਦੇ। ਪਹਿਲੀਆਂ ਸਰਕਾਰਾਂ ਵੀ ਐਫੀਡੈਵਿਟ ਜਿਹੜੇ ਲਈ ਲੋਕਾਂ ਨੂੰ ਲਿਖ ਕੇ ਗਰੰਟੀਆਂ ਦੇਈ ਜਾਂਦੀਆਂ ਸੀ ਕਿ ਇਹ ਵੀ ਗਰੰਟੀਆਂ ਦੀ ਸੀ, ਹੁਣ ਉਹਨਾਂ ਦੇ ਐਫੀਡੈਵਿਟ ਮੰਗਣ ਲੱਗੇ। ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਅਸੀਂ ਐਕਸਪਲੋਇਟ ਕਰ ਰਹੇ ਹਾਂ। ਇਹ ਜਿਹੜਾ ਇੰਸੀਡੈਂਸ ਹੋਇਆ ਫਰੀਦਕੋਟ ਵਾਲਾ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ, ਉਸ ਇੰਸੀਡੈਂਟ ਦੇ ਵਿੱਚ ਡਾਕਟਰ ਰਾਜ ਬਹਾਦਰ ਦਾ ਜਿੱਥੋਂ ਅਸੀਂ ਗੱਲ ਕੀਤੀ ਸੀ ਉਸ ਦਾ ਕੋਈ ਕਸੂਰ ਨਹੀਂ ਹੈ। 100 ਤੇ 100% ਮੰਤਰੀ ਜੀ ਦਾ ਕਸੂਰ ਹੈ। ਮੰਤਰੀ ਨੂੰ ਪ੍ਰੋਟੋਕੋਲ ਨਹੀਂ ਪਤਾ, ਮੰਤਰੀ ਨੂੰ ਸਿਸਟਮ ਦਾ ਨਹੀਂ ਪਤਾ, ਔਰ ਮੰਤਰੀ ਨੂੰ ਆਪਣੀ ਜ਼ਿੰਮੇਵਾਰੀ ਦਾ ਨਹੀਂ ਪਤਾ। ਇੱਕ ਲਾਸਟ ਸਵਾਲ ਡਾਕਟਰ ਸਾਹਿਬ, ਜਿੱਦਾਂ ਆਪਾਂ ਦੇਖਿਆ ਕਿ ਪਿਛਲੇ 4 ਮਹੀਨੇ ਤੋਂ ਆਮ ਆਦਮੀ ਪਾਰਟੀ ਸਰਕਾਰ ਆ ਪੰਜਾਬ 'ਚ, ਔਰ ਮੇਰੇ ਖਿਆਲ ਨਾਲ ਲਗਾਤਾਰ ਛਾਪੇ ਹੀ ਮਾਰੀ ਜਾ ਰਹੇ ਕੰਮ ਗਰਾਊਂਡ ਵਰਕ 'ਤੇ। ਤੁਹਾਨੂੰ ਲੱਗਦਾ ਕੁਝ ਹੋ ਰਿਹਾ ਕਿ ਛਾਪੇਮਾਰੀ ਹੋ ਰਹੀ ਇਕੱਲੀ ਜੀ? ਨਹੀਂ, ਛਾਪੇਮਾਰੀ ਤਾਂ ਇਹਦੇ 'ਚ ਤੁਸੀਂ ਦੇਖ ਲਓ ਕਿ ਜਦੋਂ ਕਿਸੇ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਪਤਾ, ਜੇ ਜ਼ਿੰਮੇਵਾਰੀ ਨਹੀਂ ਪਤਾ ਹੋਊਗਾ ਤਾਂ ਫਿਰ ਅਵਾਰਾ ਹੀ ਭੱਜੇਗਾ ਨਾ ਵਿੱਚ। ਇਹਨਾਂ ਦਾ ਹੁਣ ਦੀ ਘੜੀ ਇਹ ਹੋਇਆ ਪਿਆ ਕਿ ਇਹ ਲੋਕ ਅਵਾਰਾ, ਮੈਂ ਅਗਲੇ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ, ਉਸ ਤਰ੍ਹਾਂ ਭੱਜੇ ਫਿਰਦੇ ਆ ਅਤੇ ਜਿਹੜੇ ਡਿਪਾਰਟਮੈਂਟਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜਦੋਂ ਕਿ ਇਹ ਸਵਾਲ ਇਹ ਹੁੰਦਾ ਸੁਖਵਿੰਦਰ ਜੀ, ਜਿਵੇਂ ਆਪਾਂ ਆਪਣੇ ਘਰ 'ਚ ਵੀ ਹੁੰਦੇ ਆ ਨਾ, ਅਸੀਂ ਜਦੋਂ ਕੋਈ ਘਰੋਂ ਪ੍ਰਾਹੁਣਾ ਆ ਜਾਂਦਾ ਬਾਹਰੋਂ ਜਾਂ ਕੋਈ ਗੁਆਂਢੀ ਆਇਆ, ਫਿਰ ਆਪਾਂ ਆਪਣੇ ਘਰ ਨੂੰ ਬਦਨਾਮ ਨਹੀਂ ਕਰੀਦਾ ਜ਼ਿਆਦਾ, ਆਪਣੇ ਬੱਚੇ ਨੂੰ, ਭੈਣ ਨੂੰ, ਭਰਾ ਨੂੰ ਜਾਂ ਆਪਣੇ ਆਪ ਨੂੰ, ਕਿਉਂ ਵੀ, ਕਿਉਂਕਿ ਉਹਦਾ ਕਾਰਨ ਹੁੰਦਾ ਕਿ ਤੁਸੀਂ ਉੱਥੇ ਰਹਿਣਾ ਹੁੰਦਾ। ਇਹ ਤਾਂ ਜਿੰਨਾ ਬੰਦਿਆਂ ਕੋਲੋਂ ਤੁਸੀਂ ਕੰਮ ਲੈਣਾ ਉਹਨਾਂ ਨੂੰ ਹੀ ਤੁਸੀਂ ਬਦਨਾਮ ਕਰੀ ਜਾਂਦੇ ਹੋ। ਸਭ ਤੋਂ ਵੱਡਾ ਤੁਸੀਂ ਦੇਖੋ ਕਿ ਚੀਫ ਸੈਕਟਰੀ ਜਿਹੜਾ ਲਗਾਇਆ, ਜਦੋਂ ਤੁਹਾਨੂੰ ਪੁਲਿਸ ਰਿਸ਼ਵਤ ਦੇ ਕੇਸ 'ਚ ਤਾਂ ਬੰਦੇ ਨੂੰ ਤੁਸੀਂ ਅੰਦਰ ਦਿੱਤਾ ਹੋਇਆ ਸੀ, ਉਹਨੂੰ ਤੁਸੀਂ ਚੀਫ ਸੈਕਟਰੀ ਲਾ ਲਿਆ ਹੁਣ ਵਿੱਚ ਜਿਹੜਾ ਹੈਗਾ। ਅਤੇ ਤੁਸੀਂ ਇਹਦਾ ਮਤਲਬ, ਮੈਂ ਤਾਂ ਕੱਲ੍ਹ ਪਰਸੋਂ ਸੁਣ ਰਿਹਾ ਸੀਗਾ ਕਿ ਕਈ ਸਾਰੇ ਪੰਜਾਬ ਦੇ ਜਿਹੜੇ ਸੈਕਟਰੀ ਹੈਗੇ ਆ, ਉਹ ਆਪਣੀ ਸੈਂਟਰਲ 'ਚ ਡੈਪੂਟੇਸ਼ਨ ਕਰਵਾਉਣਾ ਚਾਹੁੰਦੇ ਆ, ਇਸ ਤੋਂ ਛੱਡ ਕੇ ਭੱਜਣਾ ਚਾਹੁੰਦੇ ਆ ਇੱਥੇ। ਅਤੇ ਤੁਸੀਂ ਦੇਖੋ ਏਜੀ ਪੰਜਾਬ ਦਾ ਕੀ ਹੋਇਆ, ਬਿਜਲੀ ਦਾ ਕਿਵੇਂ ਪੁੱਠਾ ਮੋੜ ਲਿਆ ਇਹਨਾਂ ਨੇ। ਫਿਰ ਇਹਨੇ ਕਿਹਾ ਸੀ ਇੱਕ ਪੈਨਸ਼ਨ ਅਤੇ ਇੱਕ MLA ਇੱਕ ਪੈਨਸ਼ਨ, ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਐਕਚੁਅਲੀ ਪੈਨਸ਼ਨਾਂ ਤਾਂ ਪਹਿਲਾਂ ਵੀ ਇੱਕ ਹੀ ਸੀ, ਉਹ ਤਾਂ ਇੰਕਰੀਮੈਂਟ ਸੀ ਸਿਰਫ, ਔਰ ਉਹਨਾਂ ਨੂੰ ਵੀ ਬਦਨਾਮ ਕਰ ਲਿਆ ਵਿੱਚੋਂ। ਅਤੇ ਨਿਕਲਿਆ ਕੀ ਵਿੱਚੋਂ,
ਗਵਰਨਮੈਂਟ ਦੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਸਾਰੇ ਸੜਕਾਂ ਦੇ ਕਿਨਾਰੇ ਬੈਠੇ ਹੋਏ ਆ। ਤੁਸੀਂ ਕਹਿੰਦੇ ਸੀ ਅਸੀਂ ਇਹਨਾਂ ਨੂੰ ਤਨਖਾਹਾਂ ਦੇਵਾਂਗੇ, ਪੱਕੇ ਕਰ ਦਾਂਗੇ, ਉਹ ਤਾਂ ਸਾਰੇ ਸੜਕਾਂ ਦੇ ਕਿਨਾਰੇ ਬੈਠੇ। ਵੀ ਤੁਹਾਡਾ ਕੋਈ ਐਸਾ ਵਿੰਗ ਹੈਗਾ ਜਾਂ ਕੋਈ ਐਸੀ ਚੀਜ਼ ਹੈ ਕਿ ਜਿਹਦੇ ਵਿੱਚ ਆਪਾਂ ਲੋਕਾਂ ਨੂੰ ਸੈਟੀਸਫਾਈ ਕਰ ਪਾਏ ਹੋਏ? ਲੋਕਾਂ ਨੂੰ ਸੈਟੀਸਫਾਈ ਤਾਂ ਕਿਤੇ ਵੀ ਨਹੀਂ ਕਰ ਪਾ ਰਹੇ ਵਿੱਚ ਜਿਹੜੇ ਹੈਗੇ। ਬਸ ਇੱਕ ਲਾਉਂਦੇ ਕਿਤੇ ਤਾਂ ਸਮਾਂ ਨਹੀਂ ਹੈ, ਸਮਾਂ ਘੱਟ ਹੈ। ਨਹੀਂ, ਸਮਾਂ ਦਾ ਇਸ਼ੂ ਨਹੀਂ ਨਾ ਹੈ। ਉਸ ਸਮੇਂ ਦਾ ਤੁਹਾਨੂੰ ਮੈਂ ਜਵਾਬ ਦੇ ਦਿੱਤਾ ਕਿ ਜੇ ਅੱਜ ਇਹਨਾਂ ਨੇ ਜਿਹੜਾ ਇਹ ਇੰਸੀਡੈਂਸ ਹੋਇਆ, ਇਹ ਥੋੜ੍ਹੀ ਹੈ ਕਿ ਮੈਂ ਹੁਣ ਅਗਲੇ ਸਾਲ ਜਾ ਕੇ ਡਿਸਕਸ ਕਰੂੰਗਾ। ਸਲਾਹਕਾਰ ਤਾਂ ਤੁਹਾਡਾ ਅੱਜ ਹੀ ਫਸਿਆ ਤੁਸੀਂ, ਠੀਕ ਹੈ। ਮਿਨਿਸਟਰ ਤੁਹਾਡਾ ਫਸ ਗਿਆ, ਉਹ ਉਧਰ ਦਿੱਲੀ 'ਚ ਮਿਨਿਸਟਰ ਫਸਿਆ ਫਿਰਦਾ। ਉੱਥੇ ਤੁਸੀਂ ਦੇਖਿਆ ਐਕਸਾਈਜ਼ ਪਾਲਿਸੀ ਵਾਪਸ ਲੈ ਲਈ ਹੁਣ ਜਿਹੜੀ ਹੈਗੀ ਹੈ। ਅਤੇ ਫਿਰ ਆਪਾਂ ਕਿਹੜੇ ਸਿਸਟਮ ਦੀਆਂ ਗੱਲਾਂ ਕਰ ਰਹੇ ਹਾਂ? ਇਹਦਾ ਮਤਲਬ ਇਹ ਹੈਗਾ ਕਿ ਸਮੇਂ ਦੀ ਕੋਈ ਗੱਲ ਨਹੀਂ ਹੈ। ਇਹ ਲੋਕ ਨਾ ਤਾਂ ਪਲੈਨਿੰਗ ਕਰ ਰਹੇ ਨੇ ਅਤੇ ਨਾ ਹੀ ਉਹਦੇ 'ਚ ਕੋਈ ਵਿਜ਼ਡਮ ਜਿਹੜੀ ਹੈਗੀ ਹੈ, ਜਿਹਨੂੰ ਆਪਾਂ ਕਹਿੰਦੇ ਨਾ ਐਡਮਿਨਿਸਟ੍ਰੇਟਿਵ ਸਕਿੱਲ ਹੁੰਦੇ ਨੇ, ਨਾ ਉਹ ਦੋਵੇਂ ਚੀਜ਼ਾਂ ਮਿਸਿੰਗ ਨੇ। ਔਰ ਉਸ ਤੋਂ ਸਭ ਤੋਂ ਵੱਡੀ ਜਿਹੜੀ ਮਿਸਿੰਗ ਹੈਗੀ, ਜਿਹਨੂੰ ਪੰਜਾਬ, ਮੈਂ ਤੁਹਾਡੇ ਮੀਡੀਅਮ ਰਾਹੀਂ ਕਹਿਣਾ ਚਾਹਾਂਗਾ ਕਿ ਜਿਹੜੀ ਪੰਜਾਬ ਨੂੰ ਤੁਸੀਂ ਕੋਈ ਸਰਕਾਰ ਦੀ ਗੱਲ ਪੁੱਛੀ ਹੈ, ਕਦੀ ਵੀ ਲੋਕਾਂ ਨੇ ਐਕਸੈਪਟ ਨਹੀਂ ਕਰਨੀ ਜਿਹੜੀ ਦਿੱਲੀ ਦੀ ਇੰਟਰਫਰੈਂਸ ਹੋਣ ਦੀ ਕੜੀ ਹੋ ਰਹੀ ਹੈ। ਇਹ ਜਿੰਨੀ ਜਲਦੀ ਇਹ ਸਮਝ ਲੈਣਗੇ ਉਨੀ ਜਲਦੀ ਆਮ ਆਦਮੀ ਪਾਰਟੀ ਸੈਟਲ ਹੋ ਜੂਗੀ। ਜੇ ਨਹੀਂ ਸਮਝਣਗੇ ਤਾਂ ਫਿਰ ਇਹ ਰੋਜ਼ ਦਾ ਕਿਓਸ ਜਿਹੜਾ ਹੈਗਾ ਬਣਿਆ ਰਹੂਗਾ। ਇਹ ਸਨ ਸਾਡੇ ਨਾਲ ਡਾਕਟਰ ਦਲੇਰ ਸਿੰਘ ਮਲਤਾਨੀ ਜੀ, ਜਿਹਨਾਂ ਨੇ ਦੱਸਿਆ ਕਿ ਉਹ ਬੇਸਿਕਲੀ ਜਿਹੜੇ ਹੈਗੇ ਐਜ ਏ ਪ੍ਰੋਫੈਸ਼ਨਲ ਜਿਹੜੇ ਗੱਲ ਕਰੀਏ ਤਾਂ ਉਹ ਡਾਕਟਰ ਰਾਜ ਬਹਾਦਰ ਦੇ ਨਾਲ ਹਨ, ਪਰ ਜੇ ਉਹਨਾਂ ਦੀ ਇੰਡੀਪੈਂਡੈਂਟਲੀ ਗੱਲ ਕਰਨ ਜਾਂ ਪਰਸਨਲੀ ਗੱਲ ਕਰਨ ਤਾਂ ਉਹਨਾਂ ਦੇ ਬਿਲਕੁਲ ਖਿਲਾਫ ਖੜੇ ਹਨ, ਕਿਉਂਕਿ ਉਹਨਾਂ ਦੀ ਜਿਹੜੀ ਸ਼ਖਸੀਅਤ ਹੈਗੀ ਆ, ਉਹ ਸਮਾਜ ਦੇ ਵਿੱਚ ਉਹਨਾਂ ਦਾ ਰੁਤਬਾ ਹੈਗਾ, ਪਰ ਜਿਹੜਾ ਉਹਨਾਂ ਦੀ ਪਰਸਨੈਲਿਟੀ ਹੈਗੀ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈਗਾ, ਉਹਦੇ ਉੱਤੇ ਇਹਨਾਂ ਵੱਲੋਂ ਸਵਾਲੀਆ ਨਿਸ਼ਾਨ ਵੀ ਲਾਏ ਗਏ ਆ। ਕੈਮਰਾਮੈਨ ਸੁਖਵਿੰਦਰ ਸੈਣੀ।